ਸਤਨਾਮ ਕਰ ਹੱਥ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਹ ਕੋ ਠਾਕੁਰ ਦੇਸਾ। ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਹ ਕੋ ਠਾਕੁਰ ਦੇਸਾ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ। ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਾਰੇ। ਬੁੱਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ। ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ। ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਾਰੇ। ਬੁੱਢੇ ਭਾਰੇ ਭੈ ਬਿਨਾ ਪਿਆਰੇ
ਤਾਰੇ ਨਦਰ ਕਰੇ ਭੀ ਤੂ ਹੈ ਸਾਲਾਹਨਾ ਪਿਆਰੇ ਭੀ ਤੇਰੀ ਸਾਲਾਹ ਵਨ ਬੋਹਿਤ ਪੈ ਡੁੱਬੀਆ ਪਿਆਰੇ ਕੰਦੀ ਪਾਏ ਕਹਾਓ ਭੀ ਤੂ ਹੈ ਸਾਲਾਹਨਾ ਪਿਆਰੇ ਭੀ ਤੇਰੀ ਸਾਲਾਹ ਵਨ ਬੋਹਿਤ ਪੈ ਡੁੱਬੀਆ ਪਿਆਰੇ ਕੰਦੀ ਪਾਏ ਕਹਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मानयोग सतगुरु श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरां दे ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਜੋ ਅੰਮ੍ਰਿਤ ਬਚਨ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤੇ ਨੇ, ਇਹਨਾਂ ਅੰਮ੍ਰਿਤ ਬਚਨਾਂ ਦੇ ਉਚਾਰਨ ਕਰਤਾ ਆਦਿ ਗੁਰੂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਹਜ਼ੂਰ ਦੇ ਇਸ ਅੰਮ੍ਰਿਤ ਬਚਨ ਵਿੱਚ ਦਾਤਾਰ ਜੀ ਨੇ 8 ਪਦੇ ਉਚਾਰਨ ਕੀਤੇ ਨੇ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਨਾਂ 8 ਪਦਿਆਂ ਵਿੱਚ ਔਰ ਇੱਕ ਰਹਾਉ ਦਾ ਜੋ ਪਦਾ ਹੈ, ਇਸ ਵਿੱਚ ਜੋ ਸਾਨੂੰ ਰੂਹਾਨੀ ਗਿਆਨ ਉਪਦੇਸ਼ ਦਿੱਤਾ ਹੈ, ਸਭ ਤੋਂ ਪਹਿਲਾਂ ਜਿਨ੍ਹਾਂ ਨੇ ਸਤਿਗੁਰੂ ਨੂੰ ਭਾਵਨਾ ਸੰਯੁਕਤ ਸੇਵਿਆ ਹੈ, ਉਹਨਾਂ ਦੇ ਸੰਗਤ ਕਰਨ ਵਾਲੇ ਉਹਨਾਂ ਦੇ ਸੰਗੀਆਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਸਤਿਗੁਰੂ ਨੂੰ ਸੇਵਨ ਵਾਲੇ ਦੇ ਜੀਵਨ ਵਿੱਚ ਕੋਈ ਰੁਕਾਵਟ, ਕੋਈ ਠਾਕ ਨਹੀਂ ਪਾ ਸਕਦਾ ਔਰ ਰਹਾਉ ਵਿੱਚ ਕਹਿ ਉਸ ਸਲਾਹੁਣ ਯੋਗ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਫਿਰ ਪਰਮੇਸ਼ਵਰ ਦੇ ਹੁਕਮ ਦਾ ਜ਼ਿਕਰ ਕੀਤਾ ਕਿ ਇਸ ਸੰਸਾਰ ਵਿੱਚ ਜੋ ਵੀ ਵਰਤਾਰਾ ਵਰਤ ਰਿਹਾ ਹੈ, ਇਸ ਪਿੱਛੇ ਪਰਮਾਤਮਾ ਦਾ ਆਪਣਾ ਹੁਕਮ ਹੈ। ਹਜ਼ੂਰ ਨੇ ਇसी ਅੰਮ੍ਰਿਤ ਬਚਨ ਦੇ ਅੰਦਰ ਨਾਮ ਜਪਣ ਬਾਰੇ ਕਿਹਾ, ਔਖਾ ਬਹੁਤ ਹੈ, ਪਰ ਜੇ
ਸਿਫਤ ਸਲਾਹ ਕਰਨ ਵਾਲੇ ਦੀ ਸੰਗਤ ਮਿਲ ਜਾਏ ਤੇ ਨਾਮ ਜਪਣਾ ਸੁਖੈਨ ਹੋ ਜਾਂਦਾ ਹੈ। ਉਸ ਤੋਂ ਬਾਅਦ ਦਾਤਾਰ ਜੀ ਨੇ ਆਪਣੇ ਅੰਦਰ ਨੂੰ ਲਿਖਣ ਦਾ ਜ਼ਿਕਰ ਕੀਤਾ ਹੈ। ਇਸ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਦੇ ਜੋ ਲੇਖ ਲਿਖੇ ਜਾਂਦੇ ਆ ਜਾਂ ਆਪਣੇ ਅੰਤਰ ਆਤਮੇ ਜੋ ਨਾਮ ਨੂੰ ਲਿਖੀ ਬੈਠੇ ਆ, ਸੱਚ ਏਵੇਂ ਇਹੋ ਜਿਹਾ ਲਿਖਾਰੀ ਪਾਰ ਬ੍ਰਹਮ ਦੀ ਦਰਗਾਹ ਦੇ ਵਿੱਚ ਸਵੀਕਾਰੇ ਜਾਂਦੇ ਨੇ। ਇਹ ਹੈ ਅੱਜ ਦੇ ਇਸ ਅੰਮ੍ਰਿਤ ਬਚਨ ਦੀ ਜੋ ਆਪਾਂ ਵਿਚਾਰ ਕਰਨੀ ਹੈ। आओ साध संगत, आप जितने गुरुद्वारा मंजी साहिब विखे उपस्थित हो, हाजिर हो, बैठे हो, और जो देश विदेश विच जिथे किथे भी इस सतगुरु दे दरबार दी विचार घरां विच बैठे सरवण कर रहे हो, आप जी असीस बख्शो ਤਾਂ ਜੋ ਸਤਿਗੁਰਾਂ ਦੇ ਇਸ ਅੰਮ੍ਰਿਤ ਬਚਨ ਵਿੱਚ ਦਾਤਾਰ ਦੀ ਕਿਰਪਾ ਨਾਲ ਭੈ ਭਾਵਨੀ ਸ਼ਰਧਾ ਸੰਯੁਕਤ ਆਪਾਂ ਵਿਚਾਰ ਕਰ ਸਕੀਏ। ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਕੋਈ ਰਸਨਾ ਵਾਂਝੀ ਵਿਰਵੀ ਨਾ ਰਹੇ। अदब सहित उच्चारण करो जी, सतनाम श्री वाहिगुरु जी। सतनाम श्री वाहिगुरु साहिब जी। सोरठ महला पहला। राग सोरठ है और सोरठ राग विच इस पवित्र शब्द दे उच्चारण करता सतगुरु गुरु नानक देव जी महाराज खान। जिन्नी सतगुर सेविया प्यारे। सतगुरु इस अमृत बचन दी आरंभता करदे ने, जिन्नी सतगुरु सेविया प्यारे। लफ्जी अर्थ बिल्कुल सरल ने जी, जिन्हां ने प्यारे अपने सतगुरु नूं सेविया है, याद कीता है, जिन्हां ने सतगुरु दे हुक्म नूं मन्निया है, जिन्हां ने सतगुरु दे बचन नूं कमाया है। जिन्नी सतगुर सेविया प्यारे, प्यारे जिन्हां ने समरथ सतगुरु दा सिमरन चेता याद कीता है। तिनके साथ तरे। तिनके साथ तरे, ਉਹਨਾਂ ਸਿਮਰਨ ਵਾਲਿਆਂ ਦੇ, ਉਹਨਾਂ ਸਤਿਗੁਰੂ ਨੂੰ ਸੇਵਾ ਕਰਨ ਵਾਲਿਆਂ ਦੇ। ਸਾਥ ਦਾ ਅਰਥ ਕਰਾਂਗੇ ਸਾਥੀ ਜਾਂ ਕਾਫਿਲੇ, ਜੋ ਉਹਨਾਂ ਦੇ ਸੰਗਤ ਵਿੱਚ ਨੇ। ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਹੈ, ਉਹਨਾਂ ਦੇ ਸਾਥੀ, ਉਹਨਾਂ ਦੇ ਸੰਗੀ, ਉਹਨਾਂ ਦੇ ਨਜ਼ਦੀਕ ਰਹਿਣ ਵਾਲੇ, ਜਿਸ ਨੇ ਉਹਨਾਂ ਦੀ ਸੋਭਤ ਕੀਤੀ, ਉਹਨਾਂ ਦਾ ਸੰਗ ਕਰਨ ਵਾਲੇ ਇਨਸਾਨ ਵੀ ਜਿਹੜੇ ਨੇ ਉਹ ਭਵ ਸਾਗਰ ਤੋਂ ਤਰ ਗਏ ਨੇ। ਜਿਨ੍ਹਾਂ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ। ਉਹਨਾਂ ਦੇ ਸਾਥ ਦਾ ਅਰਥ ਦਾਸ ਨੇ ਕੀਤਾ ਸਾਥੀ, ਉਹਨਾਂ ਦੇ ਨਜ਼ਦੀਕ ਰਹਿਣ ਵਾਲੇ। ਇਹ ਸਤਿਗੁਰੂ ਦੇ ਅੰਮ੍ਰਿਤ ਬਚਨ ਦੀ ਪਹਿਲੀ ਇਹ ਤੁਕ ਹੈ। ਕੱਲ ਵੀ ਜਦੋਂ ਆਪਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੀ ਵਿਚਾਰ ਕਰ ਰਹੇ ਸਾਂ, ਉਸ ਵਕਤ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਗੁਰਮਤਿ ਦੇ ਵਿੱਚ ਸਤਿਗੁਰੂ ਦੀ ਬਹੁਤ ਵੱਡੀ ਮਹਾਨਤਾ ਹੈ। ਗੁਰਬਾਣੀ ਦੇ ਅੰਦਰ ਹਕੀਕਤ ਵਿੱਚ ਸਤਿਗੁਰੂ ਨੂੰ ਪਾਰ ਬ੍ਰਹਮ ਪਰਮੇਸ਼ਵਰ ਦਾ ਪ੍ਰਤੱਖ ਸਵਰੂਪ ਜਾਣ ਕੇ ਹੀ ਪੂਜਿਆ ਗਿਆ ਹੈ। ਉਹਨਾਂ ਨੂੰ ਮੰਨਿਆ ਗਿਆ, ਉਹਨਾਂ ਨੂੰ ਸਵੀਕਾਰਿਆ ਗਿਆ ਹੈ। ਇਹੀ ਕਾਰਨ ਆਪਾਂ ਸਤਿਗੁਰੂ ਦੇ ਅਰਥ ਜਾਂ ਗੁਰੂ ਲਫ਼ਜ਼ ਦੇ ਅਰਥ ਜਦੋਂ ਗੁਰਮਤਿ ਦੇ ਅਨੁਸਾਰ ਕਰਾਂਗੇ,
ਅਸੀਂ ਨਾ ਟੀਚਰ ਅਰਥ ਕਰਨੇ ਆ, ਨਾ ਮਾਸਟਰ ਅਰਥ ਕਰਨੇ ਆ, ਨਾ ਕੋਈ ਆਚਾਰਿਆ ਅਰਥ ਕਰਨੇ ਆ, ਨਾ ਕੋਈ ਤਾਲੀਮ ਦੇਣ ਵਾਲੇ ਲਈ ਜਿਹੜੇ ਸ਼ਬਦ ਵਰਤੇ ਜਾਂਦੇ ਨੇ ਉਹ ਅਰਥ ਢੁਕਾਨੇ ਆ। ਠੀਕ ਹੈ ਕਿ ਸਤਿਗੁਰੂ ਗੁਰੂ ਸ਼ਬਦ ਭਾਰਤ ਵਰਸ਼ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਸੀ ਔਰ ਅੱਜ ਵੀ ਪ੍ਰਚਲਿਤ ਹੈ। ਵੱਖ-ਵੱਖ ਸੰਸਥਾਵਾਂ ਜਿਹੜੇ ਨੇ ਅਨਮਤ ਦੀ ਮੈਂ ਗੱਲ ਕਰ ਰਿਹਾ, ਉਹ ਆਪਣੀ ਗੁਰੂ ਗੱਦੀ ਨੂੰ, ਆਪਣੀ ਗੁਰੂ ਪਦ ਨੂੰ ਅੱਗੇ ਤੋਰਦੇ ਆ। ਪਰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਸਤਿਗੁਰੂ ਵਿੱਚ ਆਪ ਸਤਿਪੁਰਖ ਵਰਤਦਾ ਹੈ। ਫਿਰ ਇਸ ਨੂੰ ਦੁਬਾਰਾ ਮੈਂ ਬੇਨਤੀ ਕਰ ਦੇਣਾ ਕਿ ਗੁਰੂ ਜੀ ਨੂੰ ਕੇਵਲ ਬੋਧਿਕ ਤਲ ਦਾ ਗਿਆਨ ਦੇਣ ਵਾਲਾ ਇੱਕ ਮਾਸਟਰ ਨਹੀਂ ਸਮਝਣਾ। ਸਤਿਗੁਰੂ ਨੂੰ ਬੋਧਿਕ ਤਲ ਤੇ ਗਿਆਨ ਦਾ ਭੰਡਾਰ ਦੇਣ ਵਾਲਾ ਇੱਕ ਆਚਾਰਿਆ ਨਹੀਂ ਸਮਝਣਾ। ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਅਨੁਸਾਰ ਕਿ ਸਤਿਗੁਰੂ ਦੇ ਅੰਦਰ ਸਤਿਪੁਰਖ ਵਰਤਦਾ ਹੈ, ਸਤਿਗੁਰੂ ਅੰਦਰ ਅਕਾਲ ਪੁਰਖ ਵਰਤਦਾ ਹੈ, ਤੇ ਜਿਹੜਾ ਸਤਿਗੁਰੂ ਦੇ ਬਚਨ ਨੂੰ, ਸਤਿਗੁਰੂ ਦੇ ਸ਼ਬਦ ਨੂੰ, ਸਤਿਗੁਰੂ ਦੇ ਹੁਕਮ ਨੂੰ ਬਿਨਾਂ ਕਿਸੇ ਹੁਜਤ ਤੋਂ ਆਪਣਾ ਆਪ ਸਮਰਪਣ ਕਰਕੇ, ਸਵੀਕਾਰ ਕਰਕੇ ਜ਼ਿੰਦਗੀ 'ਚ ਮੰਨ ਲੈਂਦਾ ਹੈ, ਮਹਾਰਾਜ ਕਹਿੰਦੇ ਉਹ ਮੰਨਣ ਵਾਲਾ ਸਤਿਗੁਰੂ ਦੇ ਸ਼ਬਦ ਦੀ ਕਿਰਪਾ ਨਾਲ ਇਸ ਸੰਸਾਰ ਦੇ ਖਲਜਗਰ ਨੂੰ ਨਿਕਲ ਜਾਂਦਾ ਹੈ, ਤਰ ਜਾਂਦਾ ਹੈ। ਸਤਿਗੁਰੂ ਵਿੱਚ ਸਤਿਪੁਰਖ ਆਪ ਵਰਤਦਾ। ਗੁਰਬਾਣੀ ਅਨੁਸਾਰ ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਪੜ੍ਹਨੇ। ਹਜ਼ੂਰ ਨੇ ਫਰਮਾਇਆ, ਬਿਨ ਸਤਿਗੁਰੂ ਕਿਨੈ ਨਾ ਪਾਇਓ, ਬਿਨ ਸਤਿਗੁਰੂ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਇਸ ਬੇਨਤੀ ਨੂੰ ਫਿਰ, ਕਿਉਂਕਿ ਆਪਾਂ ਸਤ ਗੁਰੂ ਜਿਨ੍ਹਾਂ ਨੇ ਸੇਵਿਆ, ਤੇ ਮੈਂ ਗੁਰਬਾਣੀ ਮੁਤਾਬਕ ਜੋ ਗੁਰਮਤਿ ਅਨੁਸਾਰ ਸਾਨੂੰ ਸਤਿਗੁਰੂ ਸ਼ਬਦ ਦਿੱਤਾ ਹੈ, ਕਿਉਂਕਿ ਉਂਝ ਵੈਸੇ ਇਹ ਦੁਖਾਂਤ ਵੀ ਸ਼ਬਦ ਵਰਤ ਲਵਾਂ ਕਿ ਕਈ ਐਸੇ ਅਨਮਤੀ ਡੇਰੇ ਨੇ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਆਸਥਾ ਨਹੀਂ ਰੱਖਦੇ, ਉਹ ਸ਼ਬਦ ਨੂੰ ਗੁਰੂ ਰੂਪ ਨਹੀਂ ਮੰਨਦੇ, ਉਹ ਸ਼ਬਦ ਵਿੱਚ ਆਏ ਹੋਏ ਸਤਿਗੁਰੂ ਸ਼ਬਦ ਦੇ ਅਰਥ ਅਨਰਥ ਕਰਕੇ ਆਪਣੇ ਗੱਦੀਦਾਰ ਦੀ ਦੇਹ ਦੇ ਨਾਲ ਟੁਕਾਈ ਜਾਂਦੇ ਆ। ਇਸ ਕਰਕੇ ਮੈਂ ਬੇਨਤੀ ਕੀਤੀ, ਇਸ ਨੂੰ ਨਿੰਦਿਆ 'ਚ ਨਹੀਂ ਲੈਣਾ, ਕਿਉਂਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੈ, ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੇ ਨੇ, ਤੇ ਆਪਣੇ ਉਸ ਗੱਦੀਦਾਰ ਨੂੰ ਇਹ ਸ਼ਬਦ ਕਹਿਣਾ ਵੀ ਗੁਰੂ ਨਾਨਕ ਸਾਹਿਬ ਇਹ ਕਹਿ ਗਏ, ਤੇ ਨਾਲ ਇਹ ਕਹਿ ਦੇਣਾ ਜਿਹੜੇ ਜਾ ਚੁੱਕੇ ਨੇ ਅਸੀਂ ਉਹਨਾਂ ਨੂੰ ਨਹੀਂ ਮੰਨਦੇ, ਜਿਹੜਾ ਜੀਵਤ ਗੁਰੂ ਹੈ, ਜਿਹੜਾ ਸਤਿਗੁਰੂ ਸਾਡਾ ਹੈ, ਅਸੀਂ ਉਹਨੂੰ ਮੰਨਦੇ ਹਾਂ। ਤੇ ਮੈਂ ਕਈ ਵਾਰੀ ਮਨ ਸੋਚਣਾ ਕਿ ਜਿਹੜੇ ਜਾ ਚੁੱਕੇ ਨੇ ਤੁਸੀਂ ਉਹਨਾਂ ਨੂੰ ਸਵੀਕਾਰ ਨਹੀਂ ਕਰਦੇ, ਕਿਉਂਕਿ ਤੁਸੀਂ ਦੇਹ ਨੂੰ ਮੰਨ ਰਹੇ ਹੋ। ਪਰ ਯਾਦ ਰੱਖੋ, ਜਿਹੜੇ ਜਾ ਚੁੱਕੇ ਨੇ ਉਹਨਾਂ ਦੇ ਸ਼ਬਦਾਂ ਦੇ ਹਵਾਲੇ ਦੇ ਦੇ ਕੇ ਆਪਣੇ ਦੇਹਧਾਰੀ ਦੀ ਪ੍ਰੋੜਤਾ ਕਿਉਂ ਕਰ ਰਹੇ ਹੋ? ਜੇ ਜਾ ਹੀ ਚੁੱਕੇ ਨੇ ਫਿਰ ਉਹਨਾਂ ਦੇ ਸ਼ਬਦਾਂ ਦੇ ਹਵਾਲੇ ਕਿਉਂ? ਕਿਉਂਕਿ ਤੁਹਾਡੀ ਨਜ਼ਰ 'ਚ, ਮੈਂ ਆਪਣੀ ਨਜ਼ਰ 'ਚ ਨਹੀਂ ਕਰ ਰਿਹਾ, ਕਿਉਂਕਿ ਸਿੱਖ ਦੀ ਨਜ਼ਰ ਵਿੱਚ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਸਿੱਖ ਦੀ ਨਜ਼ਰ ਵਿੱਚ ਸਤਿਗੁਰ ਜਾਗਤਾ ਹੈ ਦਿਓ, ਭੁੱਲੀ ਮਾਲਨੀ ਹੈ ਇਹੋ। ਸਿੱਖ ਦੀ ਨਜ਼ਰ ਵਿੱਚ ਸਦ ਸੁਣਦਾ, ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਮੈਂ ਇਸ ਕਰਕੇ ਸਤਿਗੁਰੂ ਸ਼ਬਦ ਉੱਤੇ ਬੇਨਤੀ ਤਾਂ ਕਰ ਲੱਗਾ ਕਿ ਗੁਰਬਾਣੀ ਅਨੁਸਾਰ ਸਤਿਗੁਰੂ ਦੇ ਅੰਦਰ ਸਤਿਪੁਰਖ ਆਪ ਵਰਤਦਾ ਹੈ, ਉਸ ਵਿੱਚ ਪਰਮੇਸ਼ਵਰ ਵਰਤਦਾ ਹੈ। ਪੰਜਾਂ ਤੱਤਾਂ ਦਾ ਸਰੀਰ ਹੈ, 10 ਪਾਤਸ਼ਾਹੀਆਂ ਤੱਕ ਦੇਹ ਰੂਪ ਵਿੱਚ ਵਰਤਦੇ ਆ, ਪਰ ਉਹਨਾਂ ਨੇ ਦੇਹ ਰੂਪ ਵਿੱਚ ਵਰਤਦਿਆਂ ਵੀ ਉਸ ਰੱਬੀ, ਉਸ ਅਗੰਮੀ, ਉਸ ਸਦੀਵੀ ਗਿਆਨ ਨੂੰ ਪ੍ਰਚਾਰਿਆ, ਪ੍ਰਸਾਰਿਆ, ਜਿਸ ਸ਼ਬਦ ਨੂੰ ਅੱਜ ਆਪਾਂ ਸਾਰੇ ਨਤਮਸਤਕ ਹੋ ਕੇ ਨਮਸਕਾਰ ਕਰਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ 'ਚ, ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ, ਕਿਉਂਕਿ ਅਸੀਂ ਵਿਚਾਰ ਕਰ ਰਹੇ ਹਾਂ ਜਿਨਨੀ ਸਤਿਗੁਰ ਸੇਵਿਆ ਪਿਆਰੇ, ਪਹਿਲਾਂ ਸਿਰਫ ਸਤਿਗੁਰੂ ਸ਼ਬਦ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਮਹਾਰਾਜ ਬਚਨ ਕਰ ਰਿਹਾ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰਖਿਓਨ। ਸਤਿਗੁਰੂ ਵਿੱਚ ਸਤਿਪੁਰਖ ਨੇ, ਅਕਾਲ ਪੁਰਖ ਨੇ ਆਪਣੇ ਆਪ ਨੂੰ ਟਿਕਾ ਦਿੱਤਾ। ਸਤਿਗੁਰ ਵਿੱਚ ਆਪ ਰਖਿਓਨ, ਇਹ ਗੱਲ ਲੁਕੀ ਛਪੀ ਨਹੀਂ, ਕਰ ਪ੍ਰਗਟ ਆਖ ਸੁਣਾਇਆ।
ਇਹ ਸਾਰੀ ਦੁਨੀਆ ਵਿੱਚ ਡੰਕੇ ਦੀ ਚੋਟ ਲੁਕਿਆ ਕਿ ਮੇਰੇ ਸਤਿਗੁਰੂ ਦੇ ਅੰਦਰ ਸਤਿਪੁਰਖ ਅਕਾਲ ਪੁਰਖ ਆਪ ਵਰਤਦਾ ਹੈ। ਇਸੇ ਕਰਕੇ ਜਦੋਂ ਅਸੀਂ ਗੁਰੂ ਰਾਮਦਾਸ ਜੀ ਦੇ ਹੁਣ ਸਿਫਤੋ ਸਲਾਹ ਕਰਾਂਗੇ, ਹਜ਼ੂਰ ਦੇ ਜਿਉਂ-ਜਿਉਂ ਪੁਰਬ ਨਜ਼ਦੀਕ ਆ ਰਿਹਾ, ਤੇ ਇੱਕ ਪੌੜੀ ਰੋਜ਼ ਗੁਰੂ ਕਾ ਕੀਰਤਨੀਆ ਕੋਈ ਨਾ ਕੋਈ ਸਿੱਖ ਹਜ਼ੂਰ ਦੇ ਦਰਬਾਰ ਵਿੱਚ ਇਸ ਪੌੜੀ ਦਾ ਕੀਰਤਨ ਤਕਰੀਬਨ ਹੁੰਦਾ ਹੈ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਮੈਂ ਸਿਰਫ ਇਹ ਬੇਨਤੀ ਇਸ ਕਰਕੇ ਥੋੜੀ ਜੀ ਕਰ ਰਿਹਾ, ਮੈਂ ਰਿਪੀਟ ਕਰ ਰਿਹਾ ਗੱਲ ਨੂੰ ਵਾਰ-ਵਾਰ, ਵੀ ਸਤਿਗੁਰੂ ਲਫ਼ਜ਼ ਜਿਹੜਾ ਹੈ ਗੁਰਮਤ ਦੇ ਅੰਦਰ, ਗੁਰੂ ਦੇ ਘਰ ਦੇ ਅੰਦਰ, ਇਸ ਨੂੰ ਕੇਵਲ ਵਿਅਕਤੀ ਰੂਪ ਚ ਨਹੀਂ ਦੇਖਣਾ, ਇਹਨੂੰ ਦੇਹ ਰੂਪ ਚ ਨਹੀਂ ਕੇਵਲ ਦੇਖਣਾ। ਸੱਚ ਇਹ ਵੇ ਕਿ ਸਤਿਗੁਰੂ ਦੇ ਅੰਦਰ ਪ੍ਰਤੱਖ ਵੈਗੁਰੂ ਆਪ ਵਰਤਦਾ ਹੈ। ਹੁਣ ਇਹ ਬੜੇ ਸਰਲ ਸ਼ਬਦ ਨੇ, ਆਪ ਸਾਰੇ ਨਾਲ ਪੜ੍ਹ ਰਹੇ ਸੀ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ। ਉੱਥੇ ਵੀ ਮੈਂ ਪ੍ਰਮਾਣ ਉਹਨੇ ਦਿੱਤਾ ਹੈ ਸਤਿਗੁਰ ਵਿੱਚ ਆਪ ਰੱਖਿਓਨ, ਤੇ ਇੱਥੇ ਵੀ ਸਤਿਗੁਰੂ ਸ਼ਬਦ ਆਪ ਵਰਤ ਰਹੇ ਆ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਹੁਣ ਅਗਲੀਆਂ ਜਿਹੜੀਆਂ ਅੰਮ੍ਰਿਤ ਬਚਨ ਨੇ, ਤੁਕਾਂ ਨੇ, ਉਸ ਵਿੱਚ ਏਡੂ ਵੱਡੀ ਮੇਰਾ ਖਿਆਲ ਕਿ ਸਿੱਖ ਦੀ ਸ਼ਰਧਾ ਦੀ ਜੇ ਹੱਦ ਹੈ ਤੇ ਆਹ ਤੁਕਾਂ ਆਪਣੇ ਜ਼ਿਹਨ 'ਚ ਬਿਠਾ ਲਈਏ ਤੇ ਮਾਲਕ ਸਾਨੂੰ ਇੱਥੋਂ ਤੱਕ ਇਹ ਇੰਨੀ ਵੱਡੀ ਸਾਡੀ ਭਾਵਨਾ ਗੁਰੂ ਪ੍ਰਤੀ ਪ੍ਰੈਕਟੀਕਲ ਤੌਰ 'ਤੇ ਪੂਰੀ ਪੈਦਾ ਹੋ ਜਾਏ। ਉਹ ਹੈ ਮੈਂ ਜੋ ਬੇਨਤੀ ਕੀਤੀ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਹੁਣ ਅਗਲੇ ਬਚਨ ਨੇ ਸਿੱਖੀ ਅਤੇ ਸੰਗਤੀ, ਸਿੱਖਾਂ ਅਤੇ ਸੰਗਤਾਂ ਨੇ ਕੀ ਜੀ ਵਿਅਕਤੀ ਜਾਣਿਆ? ਨਹੀਂ, ਪਾਰ ਬ੍ਰਹਮ ਕਰ ਨਮਸਕਾਰਿਆ। ਉਹਨਾਂ ਨੇ ਪਾਰ ਬ੍ਰਹਮ ਜਾਣ ਕੇ ਧੰਨ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ। ਪਹਿਲੀ ਬੇਨਤੀ ਤਾਂ ਇਹ ਭਾਈ ਸਿੱਖੋ, ਆਪਾਂ ਸਤਿਗੁਰੂ ਨੂੰ ਗੁਰਬਾਣੀ ਅਨੁਸਾਰ, ਗੁਰਮਤਿ ਅਨੁਸਾਰ, ਚਲੋ ਕਈ ਵਾਰੀ ਆਪਾਂ ਕਹਿ ਦਿਆਂਗੇ ਇਹ ਬਾਹਰ ਦੇ ਗ੍ਰੰਥ ਦੇ ਹਵਾਲੇ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਕਿ ਸਤਿਗੁਰੂ ਵਿੱਚ ਸਤਿਪੁਰਖ ਆਪ ਵਸਦਾ। ਇਹਨੂੰ ਸੁਖਮਨੀ ਸਾਹਿਬ ਦੀ 18ਵੀਂ ਅਸ਼ਟਪਦੀ ਦੇ ਸ਼ਲੋਕ ਵਿੱਚ ਅਸੀਂ ਦੇਖ ਸਕਦੇ ਹਾਂ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਜਿਨੀ ਸਤਿਗੁਰ ਸੇਵਿਆ ਭਾਰੇ। ਪਹਿਲਾਂ ਸਿਰਫ ਸਤਿਗੁਰੂ ਤੇ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਹੋ। ਇਸੇ ਕਾਰਨ ਕਿ ਗੁਰਮਤ ਦੇ ਸ਼ਬਦ ਦੇ ਆਧਾਰ ਤੇ ਸਾਡੇ ਇਤਿਹਾਸਕਾਰਾਂ ਨੇ ਜਾਂ ਇਤਿਹਾਸ ਲਿਖਣ ਵਾਲਿਆਂ ਨੇ, ਜਨਮ ਸਾਖੀਆਂ ਲਿਖਣ ਵਾਲਿਆਂ ਨੇ, ਉਹਨਾਂ ਨੇ ਗੁਰਬਾਣੀ ਦੀ ਰੋਸ਼ਨੀ 'ਚ ਕਈ ਸ਼ਬਦ ਆਪਣੇ ਬੜੇ ਪਿਆਰੇ ਸ਼ਰਧਾ ਭਾਵਨਾ ਵਾਲੇ ਵਰਤੇ ਨੇ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਬਾਰੇ ਜਨਮ ਸਾਖੀ ਵਿੱਚ ਇਹ ਸ਼ਬਦ ਵਰਤੇ ਜਾਣੇ, ਤੇ ਵੇਖੋ ਉਹ ਸ਼ਬਦ ਜਿਹੜੇ ਨੇ, ਤਿੰਨ ਜਿਹੜੇ ਬਚਨ ਨੇ ਕਿ ਅਕਾਲ ਪੁਰਖ ਵੈਗੁਰੂ ਵੱਲੋਂ, ਪਾਰ ਬ੍ਰਹਮ ਪਰਮੇਸ਼ਵਰ ਵੱਲੋਂ ਗੁਰੂ ਨਾਨਕ ਸਾਹਿਬ ਜੀ ਲਈ ਇਹ ਤਿੰਨ ਸ਼ਬਦ ਹਜ਼ੂਰ ਨੂੰ ਦਿੱਤੇ ਗਏ। ਪਹਿਲਾ ਸ਼ਬਦ ਸੀ ਨਾਨਕ ਜਿਸ ਉਪਰ ਤੇਰੀ ਨਜ਼ਰ ਤਿਸ ਉਪਰ ਮੇਰੀ ਨਜ਼ਰ। ਇਹ ਹੈ ਗੁਰ ਪਰਮੇਸ਼ਰ ਦੀ ਮਹਾਨਤਾ। ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਕਹਿ ਰਹੇ ਨੇ ਕਿ ਜਿਸ ਉੱਤੇ ਤੁਹਾਡੀ ਨਜ਼ਰ ਹੋਵੇਗੀ, ਤੁਹਾਡੀ ਨਜ਼ਰ ਵਿੱਚ ਹੀ ਮੇਰੀ ਨਜ਼ਰ ਹੈ। ਜਿਸ ਤੇ ਤੁਹਾਡੀ ਨਜ਼ਰ ਕਿਰਪਾ, ਉਸ ਉੱਪਰ ਮੇਰੀ ਕਿਰਪਾ। ਨਾਨਕ ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ। ਦੂਸਰਾ ਬਚਨ ਜਿਸ ਉੱਪਰ ਤੇਰਾ ਕਰਮ ਤਿਸ ਉੱਪਰ ਮੇਰਾ ਕਰਮ। ਇੱਥੇ ਕਰਮ ਦਾ ਅਰਥ ਬਖਸ਼ੀਸ਼ ਕਰਾਂਗੇ, ਨਜ਼ਰ ਬਖਸ਼ਿਸ਼ ਕਹਿ ਲਈਏ। ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ, ਜਿਸ ਉੱਪਰ ਤੇਰਾ ਕਰਮ ਤਿਸ ਉੱਪਰ ਮੇਰਾ ਕਰਮ, ਉਹਦੇ ਤੇ ਮੇਰੀ ਬਖਸ਼ਿਸ਼। ਅੱਗੇ ਕਹਿੰਦੇ ਆ ਕਿ ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਉ ਗੁਰ ਪਰਮੇਸ਼ਰ। ਫਿਰ ਬੇਨਤੀ ਹੈ, ਪਹਿਲਾ ਸ਼ਬਦ ਹੈ ਕਿ ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਉ ਗੁਰ ਪਰਮੇਸ਼ਰ। ਇਹਨਾਂ ਸ਼ਬਦਾਂ ਨੇ ਹੋਰ ਸੁਖੈਣ ਕਰ ਦਿੱਤਾ ਕਿ ਗੁਰੂ ਵਿੱਚ ਪਰਮਾਤਮਾ ਆਪ ਵਰਤਦਾ ਹੈ। ਇਸੇ ਕਰਕੇ ਗੁਰਬਾਣੀ ਨੇ ਜਿੱਥੇ ਸਤਿਗੁਰੂ ਕਿਹਾ, ਗੁਰੂ ਕਿਹਾ, ਗੁਰੂ ਨੂੰ ਦਾਤਾ ਕਿਹਾ, ਉੱਥੇ ਗੁਰਬਾਣੀ ਨੇ ਗੁਰੂ ਨੂੰ ਗੁਰ ਪਰਮੇਸ਼ਰ ਵੀ ਕਿਹਾ।
महाराज जी ने कहा गुर परमेश्वर एको जान। इत्थे महाराज जी शब्द बख्शिश कर रहे आ कि प्यारिओ कि ऐसे सतगुरु नूं, ਉਹ ਸਤਿਗੁਰੂ ਸ਼ਬਦ ਰੂਪ ਜਿਨ੍ਹਾਂ ਸਤਿਗੁਰ ਸੇਵਿਆ ਪਿਆਰੇ, ਜਿਨ੍ਹਾਂ ਨੇ ਐਸੇ ਸਤਿਗੁਰੂ ਨੂੰ ਸੇਵਿਆ। ਸੇਵਿਆ ਦਾ ਲਫ਼ਜ਼ੀ ਅਰਥ ਵੈਸੇ ਹੁੰਦਾ ਯਾਦ ਕਰਨਾ ਜਾਂ ਸੇਵਾ ਕਰਨੀ, ਪਰ ਇਹਨੂੰ ਹੋਰ ਥੋੜਾ ਜਿਹਾ ਆਪਾਂ ਬਾਣੀ ਦੀ ਰੋਸ਼ਨੀ 'ਚ ਬਰੀਕੀ ਨਾਲ ਵਾਚੀਏ। ਸਤਿਗੁਰੂ ਸੇਵਿਆ ਦਾ ਅਰਥ ਕੇਵਲ ਇਹ ਨਹੀਂ ਕਿ ਥੋੜੇ ਸਮੇਂ ਵਾਸਤੇ ਮੱਥਾ ਟੇਕਿਆ, ਥੋੜਾ ਜਿਹਾ ਸਮਾਂ ਬਾਣੀ ਪੜ੍ਹਦੀ ਕਹਿਤਾ ਮੈਂ ਸਤਿਗੁਰੂ ਨੂੰ ਸੇਵਿਆ, ਇਹ ਇੱਕ ਪੱਖ ਹੈ। ਪਰ ਸਤਿਗੁਰੂ ਸੇਵਿਆ ਦਾ ਅਰਥ ਹੈ ਕਿ ਆਪਣੇ ਮਾਨਸਿਕ ਪੱਧਰ ਤੇ ਅੱਠੇ ਪੈਰ ਕੋਈ ਫੁਰਨਾ ਤੱਕ ਵੀ ਉੱਠੇ, ਉਸ ਫੁਰਨੇ ਦਾ ਨਿਰੀਖਣ ਵੀ ਸਤਿਗੁਰੂ ਦੇ ਸ਼ਬਦ ਨਾਲ ਕਰੀ ਜਾਣਾ ਕਿ ਮੇਰੇ ਸਤਿਗੁਰੂ ਮੈਨੂੰ ਕੀ ਕਹਿੰਦੇ ਪਿਆ, ਮੇਰੇ ਸਤਿਗੁਰੂ ਨੇ ਮੇਰੇ ਲਈ ਕੀ ਸ਼ਬਦ ਕਿਹਾ। ਕਿਉਂਕਿ ਕਈ ਵਾਰੀ ਮਨ ਥੋੜੇ ਸਮੇਂ ਲਈ ਹਾਜ਼ਰੀ ਭਰਦਾ, ਬਾਹਰ ਨਿਕਲਦਾ ਹੈ ਤੇ ਕਈ ਵਾਰੀ ਇਹ ਸਮਝ ਜਾਂਦਾ ਹੈ ਵੀ ਹੁਣ ਕਿਹੜਾ ਮੈਨੂੰ ਕੋਈ ਦੇਖ ਰਿਹਾ। ਜਿਵੇਂ ਆਪਾਂ ਕਈ ਵਾਰੀ ਕਹਿ ਦਿੰਦੇ ਆ ਨਾ ਬੰਦੇ ਨੂੰ ਵੀ ਚੱਲ ਤੂੰ ਗੁਰਦੁਆਰੇ ਵੜ ਜਾ। ਸਾਡੇ ਪਿੰਡਾਂ 'ਚ ਅਕਸਰ ਲੋਕ ਕਹਿੰਦੇ ਸਨ ਤੂੰ ਗੁਰਦੁਆਰੇ ਵੜ ਜਾ, ਜਾਂ ਸਹੁੰ ਚੁੱਕਣ ਤੱਕ ਜਾਂਦੇ ਸਨ। ਨਹੀਂ ਪਿਆਰਿਓ, ਯਾਦ ਰੱਖਿਓ ਗੁਰਮਤਿ ਅਨੁਸਾਰ ਕੋਈ ਥਾਂ ਐਸੀ ਨਹੀਂ ਜਿੱਥੇ ਗੁਰੂ ਨਾਨਕ ਨਹੀਂ ਵਰਤਦਾ, ਤੇ ਕੋਈ ਥਾਂ ਐਸੀ ਨਹੀਂ ਜਿੱਥੇ ਪਾਰ ਬ੍ਰਹਮ ਪਰਮੇਸ਼ਵਰ ਨਹੀਂ ਵਰਤਦਾ। ਉਹ ਕੇਵਲ ਚਾਰ ਦੀਵਾਰੀ ਤੱਕ ਸੀਮਤ ਥੋੜਾ ਹੈ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸੇਵਿਆ ਦਾ ਅਰਥ ਆਪਾਂ ਸਿਮਰਨ ਵੀ ਕਰਾਂਗੇ, ਯਾਦ ਵੀ ਕਰਾਂਗੇ, ਪਰ ਇਹਦਾ ਅਰਥ ਜਿਨਨੇ ਆਪਣੇ ਸਤਿਗੁਰੂ ਦੀ ਗੱਲ ਨੂੰ ਆਪਣੇ ਧੁਰ ਅੰਤਰ ਆਤਮੇ ਤੋਂ ਮੰਨ ਲਿਆ ਹੈ, ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਤੇ ਜਿਨ੍ਹਾਂ ਨੇ ਸੇਵਿਆ ਤੇ ਮਹਾਰਾਜ ਕਹਿੰਦੇ ਨੇ ਉਹਨਾਂ ਦੀ ਸੰਗਤ ਕਰਨ ਵਾਲਿਆਂ ਦੀ ਵੀ ਪਾਰ ਉਤਾਰਾ ਹੋਵੇਗਾ। ਇਹ ਕਦੀ ਹੋ ਹੀ ਨਹੀਂ ਸਕਦਾ। ਫਿਰ ਯਾਦ ਰੱਖਿਓ ਇੱਥੇ ਪਖੰਡੀ ਪਰਪੰਚੀ ਵੱਲ ਧਿਆਨ ਮਤ ਲਿਜਾਇਓ, ਕਿਉਂਕਿ ਸਾਡੀ ਸਿੱਖ ਸਾਈਕੀ ਜ਼ਿਆਦਾਤਰ ਅੱਜ ਕੱਲ ਦੀ ਜਿਹੜੀ ਸੋਚ ਹੈ, ਸੁਰਤ ਹੈ, ਉਹ ਬਹੁ ਗਿਣਤੀ 'ਚ, ਸਾਰੇ ਨਹੀਂ, ਉਹ ਤਕਰੀਬਨ ਕੋਈ ਵੀ ਹਵਾਲਾ ਬਾਣੀ ਦਾ ਦਿਓ, ਸਾਰਥਕ ਦਿਓ, ਉਦਾਹਰਨ ਇਤਿਹਾਸ ਦੀ ਦਿਓ, ਇੱਕੋ ਦਮ ਉਸ ਸੁਰਤ ਦਾ ਸੁਭਾਅ ਬਣ ਚੁੱਕਾ ਹੈ ਕਿ ਇਹਦੇ ਉਲਟ ਅਰਥ ਕਿਵੇਂ ਕਰਨੇ ਨੇ, ਇਹਦੇ ਵਿਪਰੀਤ ਅਰਥ ਕਿਵੇਂ ਕਰਨੇ ਨੇ। ਜਿਵੇਂ ਹੁਣ ਇਹ ਸਿੱਧੀ ਜੀ ਗੱਲ ਗੁਰੂ ਜੀ ਕਹਿੰਦੇ ਆ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਉਹਨਾਂ ਦੇ ਸਾਥੀ ਵੀ ਤਰ ਗਏ। ਹੁਣ ਕਈ ਵਾਰੀ ਕਈ ਬੰਦੇ ਜਿਹੜੇ ਆ ਅਸੀਂ ਦੇਖਨੇ ਆ ਉਹ ਜ਼ਿੰਦਗੀ 'ਚ ਤਿਲਕ ਜਾਂਦੇ ਆ, ਤੇ ਫਿਰ ਅਸੀਂ ਇਸ ਤੁਕ ਨੂੰ ਖੰਡਨ ਕਰਨ ਵੱਲ ਤੁਰ ਪਾਂਗੇ। ਜੇ ਉਹ ਦੇਖਿਆ ਫਲਾਣਾ ਬੰਦਾ ਇਸ ਤਰ੍ਹਾਂ, ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਆਪਣੀ ਸੋਚ ਨੂੰ ਉਸਾਰੂ ਰੱਖ ਕੇ, ਪੋਜ਼ਿਟਿਵ ਰੱਖ ਕੇ ਇਸ ਬਚਨ ਨੂੰ ਸੁਣੀਏ। ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ ਪਿਆਰਿਓ, ਉਹਨਾਂ ਦੀ ਸੰਗਤ ਕਰਨ ਵਾਲਿਆਂ ਦਾ ਪਾਰ ਉਤਾਰਾ ਜ਼ਰੂਰ ਹੋਏਗਾ। ਇਹ ਗੁਰੂ ਨਾਨਕ ਸਾਹਿਬ ਜੀ ਕਹਿ ਰਿਹਾ, ਜਿਨ੍ਹਾਂ ਸਤਿਗੁਰ ਸੇਵਿਆ ਪਿਆਰੇ, ਉਹ ਜਿਨ੍ਹਾਂ ਨੇ ਸੇਵਿਆ ਚ ਬਾਬਾ ਜੀ ਲਿਖ ਕੇ ਦੇ ਗਏ। ਪਰ ਜਿਨ੍ਹਾਂ ਸੇਵਿਆ, ਕਿਵੇਂ ਸੇਵਿਆ? ਇੱਕ ਤਾਂ ਚਲੋ ਬਾਣੀ ਰੂਪ ਪੜ੍ਹ ਕੇ ਸੇਵਿਆ, ਹੁਕਮ ਮੰਨ ਕੇ ਸੇਵਿਆ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਇੱਕ ਹੁਕਮ ਹੈ ਕਿ ਸਰੀਰਕ ਤੌਰ ਤੇ ਜੇ ਮੰਨੇ ਵੀ ਆ ਸਾਨੂੰ ਬੱਜਰ ਕਰੈਤਾਂ ਦਸੀਆਂ ਵੀ ਇਹਨਾਂ ਤੋਂ ਬਚ ਕੇ ਰਹਿਣਾ, ਇਹ ਵੀ ਹੁਕਮ ਹੈ ਗੁਰੂ ਜੀ ਦਾ। ਇਹਨਾਂ ਰਹਿਤਾਂ ਨੂੰ ਧਾਰਨ ਕਰਨਾ, ਇਹ ਵੀ ਹੁਕਮ ਹੈ ਗੁਰੂ ਜੀ ਦਾ। ਤੂੰ ਇਹਨਾਂ ਗੱਲਾਂ ਤੋਂ ਆਪਣੀ ਜ਼ਿੰਦਗੀ ਨੂੰ ਬਚਾਉਣਾ, ਇਹ ਵੀ ਹੁਕਮ ਹੈ। ਤੇ ਮੈਂ ਆਪ ਨੂੰ ਇੱਕ ਹੁਣੇ ਗੱਲ ਕਹੀ, ਇੱਕ ਹੁਕਮ ਉਹ ਅਦ੍ਰਿਸ਼ਟ ਹੈ ਕਿ ਜਿਵੇਂ ਸਰੀਰਕ ਤੌਰ ਤੇ ਇਹ ਕੋਈ ਕਰਮ ਮੈਂ ਕਰਾਂਗਾ ਤੇ ਮੈਂ ਸਿੱਖੀ ਤੋਂ ਡਿੱਗ ਜਾਵਾਂਗਾ, ਤੇ ਗੁਰੂ ਜੀ ਕਹਿੰਦੇ ਨੇ ਕਈ ਵਾਰੀ ਬੰਦਾ ਸਰੀਰ ਨੂੰ ਹੱਠ ਕਰਕੇ ਬਚਾ ਜਾਂਦਾ ਹੈ, ਪਰ ਸੁਰਤ ਜਿਹੜੀ ਉਹ ਪਤਤ ਹੋ ਜਾਂਦੀ ਹੈ। ਮੈਂ ਸੁਰਤ ਸ਼ਬਦ ਵਰਤੇ। ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ, ਉਹ ਸੁਰਤ ਕਰਕੇ ਵੀ ਆਪਣੇ ਗੁਰੂ ਨੂੰ ਸੇਵਦੇ ਆ। ਇਸੇ ਕਰਕੇ ਸੁਖਮਨੀ ਸਾਹਿਬ ਵਿੱਚ ਗੁਰੂ ਜੀ ਨੇ ਜਿਨ੍ਹਾਂ ਸੇਵਿਆ ਉਹਨਾਂ ਬਾਰੇ ਇੱਕ ਬਚਨ ਕਹੇ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹਿ। अगला वचन है, गुर की आज्ञा मन में सहै, आपस को कर कछ न जनावै, हर हर नाम हृदय सत्य आवै। महाराज कहते मन बेचै सतगुर कै पास। अपने मन दे फुरने, अपने मन नू गुरु सामने वेच दिता, ते जदों वेच दियांगे ना प्यारिओ, ये विकदा नहीं छेती कीतियां। दुनियावी तौर ते कोई चीज वेच दईए ना, ਉਹਦੇ ਤੇ ਆਪਣਾ ਹੱਕ ਜਤਾਈਏ ਤੇ ਗੁਨਾਹਗਾਰ ਬਣ ਜਾਾਂਗੇ। ਕਿਸੇ ਬੰਦੇ ਨੇ ਦੁਕਾਨ ਵੇਚ ਦਿੱਤੀ,
ਰਜਿਸਟਰੀ ਹੋ ਗਈ ਤੇ ਉਹ ਬਾਅਦ ਫਿਰ ਕਹੇ ਜੀ ਦੁਕਾਨ ਦਾ ਸ਼ਟਰ ਖੋਲੋ, ਇਹ ਤਾਂ ਮੇਰੀ ਹੈ। ਅਗਲਾ ਕਹੇਗਾ ਵੀ ਤੂੰ ਤਾਂ ਮੈਨੂੰ ਵੇਚ ਗਿਆ ਹੈ। ਜਿੰਨੇ ਖਰੀਦੀ ਉਹਦੀ ਮਰਜ਼ੀ ਹੈ ਕਿ ਜੋ ਮਰਜ਼ੀ ਉਸ ਦੁਕਾਨ ਵਿੱਚ ਕੀ ਉਹਨੇ ਪਾਣਾ। ਇਸੇ ਤਰ੍ਹਾਂ ਜ਼ਮੀਨ ਹੈ, ਇਸੇ ਤਰ੍ਹਾਂ ਸਾਡੇ ਮਾਲ ਡੰਗਰ ਨੇ, ਇਸੇ ਤਰ੍ਹਾਂ ਸਾਡੇ ਘਰ ਨੇ, ਇਸੇ ਤਰ੍ਹਾਂ ਸਾਡੀਆਂ ਅੱਜ ਕੱਲ ਪਸ਼ੂ ਕਹਿ ਲੋ, ਮਸ਼ੀਨਰੀ ਕਹਿ ਲੋ, ਗੱਡੀਆਂ ਮੋਟਰ ਕਾਰਾਂ। ਜਿਹੜੀ ਚੀਜ਼ ਵੇਚ ਦਿੱਤੀ ਜਾਏ, ਜਿੰਨੇ ਖਰੀਦੀਏ ਉਹਦਾ ਹੀ ਹੱਕ ਹੁੰਦਾ ਹੈ। ਉਹ ਦੁਬਾਰਾ ਅਸੀਂ ਨਹੀਂ ਵਰਤ ਸਕਦੇ, ਨਹੀਂ ਉਹਦੇ ਤੇ ਦਾਅਵਾ ਪੇਸ਼ ਕਰ ਸਕਦੇ। ਮਹਾਰਾਜ ਕਹਿੰਦੇ ਨੇ ਉਹ ਇਹ ਮਨ ਨੂੰ ਵੇਚ ਦੇ। ਇਹ ਪਹਿਲੀ ਗੱਲ ਤਾਂ ਨਕੰਮਾ ਵਿਕਦਾ ਹੀ ਨਹੀਂ ਪਿਆ। ਇਹ ਜੇ ਵਿਕਿਆ ਹੋਵੇ ਤੇ ਆਪਣਾ ਕੂੜਾ ਥੋੜਾ ਅੰਦਰ ਪਾਏ। ਜਿਹੜੀ ਜ਼ਮੀਨ ਵੇਚ ਦਿੱਤੀ ਜਾਏ, ਭਾਵੇਂ ਅਸੀਂ ਰੋਜ਼ ਉੱਥੇ ਕੋਈ ਸਮਾਨ ਦਾ ਢੇਰ ਲਾਈਏ, ਵਿਕਣ ਤੋਂ ਬਾਅਦ ਅਸੀਂ ਨਹੀਂ ਉੱਥੇ ਕੋਈ ਸੱਟ ਸਕਾਂਗੇ। ਤੇ ਜਿਹੜਾ ਮਨ ਗੁਰੂ ਨੂੰ ਵੇਚ ਦਿੱਤਾ ਜਾਏ ਪਿਆਰਿਓ, ਇਸ ਮਨ ਦੇ ਵਿੱਚ ਫਿਰ ਗੰਦ ਮੰਦ ਦਾ ਢੇਰ ਨਹੀਂ ਪੈਂਦਾ। ਫਿਰ ਗੁਰੂ ਇਸ ਮਨ ਦੇ ਵਿੱਚ ਸ਼ਬਦ ਦਾ ਪ੍ਰਕਾਸ਼ ਕਰਦਾ ਹੈ। ਵੇਚਣਾ ਬਹੁਤ ਮੁਸ਼ਕਲ ਜਿਹਾ ਹੈ। ਮਹਾਰਾਜ ਸ਼ਬਦ ਵਰਤ ਰਿਹਾ, ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਤਿ ਆਵੈ, ਮਨ ਵੇਚੈ ਸਤਿਗੁਰ ਕੈ ਪਾਸ। ਇੱਕ ਹੈ ਜਿਨਨੀ ਸਤਿਗੁਰ ਸੇਵਿਆ ਪਿਆਰੇ, ਜਿਨ੍ਹਾਂ ਨੇ ਆਪਣਾ ਵੇਚ ਦਿੱਤਾ। ਗੁਰੂ ਸਾਹਿਬ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ ਮਾਰੂ ਰਾਗ 'ਚ, ਕਹਿੰਦੇ ਨੇ ਕਿ ਅਸੀਂ ਖੁਸ਼ਕਿਸਮਤਾਂ ਕਿ ਸਾਨੂੰ ਗੁਰੂ ਨੇ ਆਪਣੀ ਖੱਟੀ ਤੇ ਖਰੀਦ ਲਿਆ ਸੀ, ਅਸੀਂ ਵਿਕ ਗਏ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਗੁਰੂ ਦੇ ਬਚਨਾਂ ਤੇ ਵਿਕ ਗਏ। ਮਹਾਰਾਜ ਕਹਿੰਦੇ ਨੇ ਮਨ ਵੇਚੈ ਸਤਿਗੁਰ ਕੈ ਪਾਸ, ਤੀ ਸੇਵਕੇ ਕਾਰਜ ਰਾਸ। ਇਹਦਾ ਮਤਲਬ ਜਿਨ੍ਹਾਂ ਨੇ ਫੁਰਨੇ ਕਰਕੇ ਵੀ ਸਿਮਰਿਆ, ਸਰੀਰਕ ਤੌਰ ਤੇ ਵੀ ਸਿਮਰਿਆ, ਆਪਣੀ ਸੁਰਤ ਕਰਕੇ ਵੀ ਗੁਰੂ ਨੂੰ ਸਿਮਰਿਆ, ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇਸ ਤਰ੍ਹਾਂ ਗੁਰੂ ਨੂੰ ਸੇਵਿਆ, ਤਿਨ ਕੇ ਸਾਥ ਤਰੇ, ਉਹਨਾਂ ਦੇ ਸਾਥੀ ਤਰ ਗਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਜਿੰਨਾ ਕਿਸੇ ਦਾ ਧੁਰ ਅੰਦਰ ਜੀਵਨ ਹੋਵੇਗਾ, ਉਹਨਾਂ ਉਹਦੇ ਕੋਲ ਬੈਠਣ ਵਾਲੇ ਦਾ ਜੀਵਨ ਪਲਟੇਗਾ। ਮੇਰਾ ਨਹੀਂ, ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇਸ ਗੱਲ ਨੂੰ ਲੁਕਾ ਲਈਏ। ਜਿੰਨਾ ਕਿਸੇ ਗੁਰਮੁਖ ਦਾ ਅੰਦਰ ਆਤਮੇ ਜੀਵਨ ਹੋਵੇਗਾ, ਉਹਨਾਂ ਪਿਆਰਿਓ ਉਹ ਦੂਜੇ ਦੇ ਜੀਵਨ ਨੂੰ ਹਰ ਹਾਲਤ ਵਿੱਚ ਪ੍ਰਭਾਵਿਤ ਕਰੇਗਾ, ਕਿਸੇ ਵੀ ਰੂਪ ਵਿੱਚ ਕਰੇ। ਭਾਵੇਂ ਮੰਨ ਲਓ ਕੋਈ ਬੰਦਾ ਨਿੰਦਿਆ ਵੀ ਕਰਦਾ ਹੋਵੇ, ਕੋਈ ਵਿਰੋਧੀ ਬਣ ਕੇ ਅਪਮਾਨ ਵੀ ਕਰੇ, ਪਰ ਜੀਵਨ ਵਾਲਾ ਜਦੋਂ ਕੋਈ ਸ਼ਬਦ ਚਾਰ ਕਹਿ ਦੇਗਾ ਨਾ, ਹੱਠ ਕਰਕੇ ਨਿੰਦਕ ਕਹੇ ਮੈਂ ਤੈਨੂੰ ਨਹੀਂ ਮੰਨਦਾ, ਪਰ ਰਾਤ ਨੂੰ ਨੀਂਦ ਉਹਨੂੰ ਵੀ ਨਹੀਂ ਪੈਂਦੀ, ਉਹਦੇ ਕੰਨਾਂ ਵਿੱਚ ਵੀ ਕਮਾਈ ਵਾਲੇ ਦਾ ਸ਼ਬਦ ਜ਼ਰੂਰ ਗੂੰਜੀ ਜਾਂਦਾ ਹੈ। ਉਹ ਉਸ ਤੋਂ ਬਚ ਹੀ ਨਹੀਂ ਸਕਦਾ ਜਿਸ ਦੇ ਅੰਦਰ ਸ਼ਬਦ ਵਸੇਗਾ। ਇਸੇ ਕਰਕੇ ਗੁਰਦੇਵ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ। ਦਾਸ ਨੇ ਕਈ ਵਾਰੀ ਉਦਾਹਰਨ ਵੀ ਦਿੱਤੀ ਹੈ ਕਿ ਆਹ ਜਿਹੜੇ ਰੁੱਖਾਂ ਦੀ ਛਾਂ ਥੱਲੇ ਆਪਾਂ ਬੈਠਨੇ ਆ, ਸਾਨੂੰ ਇਹਨਾਂ ਦੇ ਤਣੇ, ਇਹਨਾਂ ਦੀਆਂ ਟਾਹਣੀਆਂ, ਇਹਨਾਂ ਦੇ ਪੱਤੇ, ਫੁੱਲ ਫਲ ਤਾਂ ਦਿਸਦੇ ਆ, ਪਰ ਸਾਨੂੰ ਕਦੀ ਉਹ ਚੀਜ਼ ਦਿਸੀ ਹੈ ਜਿਹਦੇ ਕਰਕੇ ਇਹ ਕਾਇਮ ਨੇ? ਜਿਸ ਕਰਕੇ ਇਹ ਕਾਇਮ ਨੇ ਉਹ ਨਹੀਂ ਸਾਨੂੰ ਦਿਸਿਆ। ਪੱਤੇ ਦਿਸਦੇ ਨੇ, ਫੁੱਲ ਦਿਸਦੇ ਨੇ, ਫਲ ਦਿਸਦੇ ਨੇ, ਪਰ ਪਿਆਰਿਓ ਜਿਨ੍ਹਾਂ ਨੇ ਸਭ ਕੁਝ ਪੈਦਾ ਕੀਤਾ ਉਹ ਤਾਂ ਦਿਸਦੀਆਂ ਨਹੀਂ। ਉਹਨਾਂ ਨੂੰ ਆਪਾਂ ਜੜ੍ਹਾਂ ਕਹਿੰਦੇ ਆ। ਜੜ੍ਹਾਂ ਅਦ੍ਰਿਸ਼ਟ ਨੇ, ਜੜ੍ਹਾਂ ਨਹੀਂ ਦਿਸ ਰਹੀਆਂ। ਜਿਵੇਂ ਜੜ੍ਹਾਂ ਅਦ੍ਰਿਸ਼ਟ ਹੋਣ ਤੇ ਉਹਦੀ ਅਦ੍ਰਿਸ਼ਟਤਾ ਦੀ ਜਿਹੜੀ ਤਾਕਤ ਹੈ, ਉਹ ਦ੍ਰਿਸ਼ਟਮਾਨ ਰੁੱਖ ਤੋਂ ਪਤਾ ਲੱਗ ਜਾਂਦਾ ਹੈ। ਇਸੇ ਤਰ੍ਹਾਂ ਜਿਹਦੀ ਮਨ ਦੀ ਜੜ ਪਰਮਾਤਮਾ ਦੇ ਨਾਮ ਦੇ ਵਿੱਚ ਖਰੀ ਹੋਵੇਗੀ, ਪਿਆਰਿਓ ਉਹਦੇ ਤਨ ਦੀ ਛਾਂ ਲੋਕਾਂ ਉੱਤੇ ਜ਼ਰੂਰ ਪਏਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਫਰਮਾਇਆ, ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਂ। ਪਹਿਲਾਂ ਜੜ ਹੋਵੇਗੀ ਤਾਂ ਉੱਤੇ ਛਾਂ ਆਏਗੀ। ਇਸੇ ਤਰ੍ਹਾਂ ਜਿਨ੍ਹਾਂ ਨੇ ਗੁਰੂ ਨੂੰ ਆਪਣੇ ਅੰਤਰ ਆਤਮੇ ਸੇਵਿਆ, ਨਾਮ ਦੀ ਜੜ ਹਰੀ ਕਰ ਲਈ, ਗੁਰਮਖੋ ਉਹਨਾਂ ਦੇ ਜੀਵਨ ਦੀ ਛਾਂ ਵੀ ਸਭ ਤੇ ਜ਼ਰੂਰ ਪਏਗੀ। ਇਸੇ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਆਪਣੀ ਬਾਣੀ ਵਿੱਚ ਇਹ ਬਚਨੇ ਕਿਹਾ ਹੈ, ਕਹਿੰਦੇ ਸਤਿਗੁਰ ਚਰਨ ਸ਼ਰਨ ਚੱਲ ਜਾਏ ਸਿੱਖ, ਚਰਨ ਸ਼ਰਨ ਤਾਕੀ ਜਗਤ ਚੱਲ ਆਵੇ। ਇਹ 2-4 ਸਤਰਾਂ ਆਪ ਜੀ ਧਿਆਨ ਦਿਆ ਜੇ। ਭਾਵੇਂ ਸ਼ਬਦ ਲੰਬੇਰਾ ਆਪਾਂ ਅਰਥ ਸਾਰੇ ਕਰਾਂਗੇ ਇਸ ਬਚਨ ਦੇ। ਭਾਈ ਸਾਹਿਬ ਕਹਿੰਦੇ ਨੇ ਜਿਹੜਾ ਸਿੱਖ ਸਤਿਗੁਰੂ ਦੀ ਚਰਨ ਸ਼ਰਨ ਵੀ ਚਲਾ ਜਾਏਗਾ, ਸੇਵੇਗਾ,
ਤਾਂ ਮੈਂ ਅਰਜ਼ ਕਰ ਰਿਹਾ, ਜਿਹੜਾ ਸੇਵੇਗਾ ਉਹਦਾ ਸਾਥੀ ਵੀ ਤਰੇਗਾ। ਜਿਹੜਾ ਸਿੱਖ ਗੁਰੂ ਦੀ ਸ਼ਰਨ ਵਿੱਚ ਜਾਏਗਾ, ਉਸ ਸਿੱਖ ਦੀ ਚਰਨ ਸ਼ਰਨ ਵਿੱਚ ਜਗਤ ਆਵੇਗਾ। ਪਰ ਸ਼ਰਤ ਸਤਿਗੁਰੂ ਨੂੰ ਸੇਵੇਗਾ। ਦੂਸਰੀ ਗੱਲ, ਜਿਹੜਾ ਗੁਰੂ ਦੀ ਆਗਿਆ ਨੂੰ ਸੱਤ ਕਰਕੇ ਜ਼ਿੰਦਗੀ 'ਚ ਮੰਨ ਲਏਗਾ ਤੇ ਉਸ ਗੁਰਸਿੱਖ ਦੇ ਮੁਖ ਤੋਂ ਕੋਈ ਵੀ ਬੋਲ ਨਿਕਲੇ, ਉਹਦੀ ਆਗਿਆ ਨੂੰ ਪੂਰਾ ਜਗਤ ਸਤ ਬਚਨ ਕਰਕੇ ਮੰਨ ਲਏਗਾ। ਜਿਹੜਾ ਸਿੱਖ ਗੁਰੂ ਦੀ ਸੇਵਾ ਭਾਵਨਾ ਨਾਲ, ਸ਼ਰਧਾ ਨਾਲ ਆਪਣੇ ਆਪੇ ਨੂੰ ਕੁਰਬਾਨ ਕਰਕੇ ਕਰੇਗਾ, ਸੱਚ ਇਹ ਵੇ ਕਿ ਉਸ ਸਿੱਖ ਦੇ ਦਰਵਾਜ਼ੇ ਤੇ ਸਾਰੇ ਖਜ਼ਾਨੇ ਪਏ ਹੋਣਗੇ। ਜਿਸ ਸਿੱਖ ਦੇ ਹਿਰਦੇ ਵਿੱਚ ਗੁਰੂ ਦੀ ਦੀਖਿਆ, ਗੁਰੂ ਦੀ ਸਿੱਖਿਆ, ਗੁਰੂ ਦਾ ਸ਼ਬਦ, ਗੁਰੂ ਦਾ ਬਚਨ ਸਮਾ ਜਾਏਗਾ, ਉਹਦੀ ਸਿੱਖਿਆ ਸੁਣ ਕੇ ਉਹਦੇ ਸਾਥੀਆਂ ਦਾ ਪਾਰ ਉਤਾਰਾ ਹੋ ਜਾਏਗਾ। ਜੋ ਅੱਜ ਗੁਰੂਦੇਵ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ, ਭਾਈ ਸਾਹਿਬ ਕਹਿੰਦੇ ਨੇ, ਸਤਿਗੁਰ ਚਰਨ ਸ਼ਰਨ ਚੱਲ ਜਾਏ ਸਿੱਖ, ਚਰਨ ਸ਼ਰਨ ਤਾਕੀ ਜਗਤ ਚੱਲ ਆਵੇ। ਸਤਿਗੁਰ ਆਗਿਆ ਸਤ ਕਰ ਮਾਨੈ ਸਿੱਖ, ਆਗਿਆ ਤਾਏ ਸਗਲ ਸੰਸਾਰੈ ਹਿਤਾਵੇ। ਸਤਿਗੁਰ ਸੇਵਾ ਭਾਏ ਪ੍ਰਾਣ ਪੂਜਾ ਕਰੇ ਸਿੱਖ, ਸਰਬ ਨਿਧਾਨ ਅਗਰ ਭਾਗ ਲਈ ਬੁਲਾਵੇ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ। ਜਿਸ ਸਿੱਖ ਦੇ ਵਿੱਚ ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼ ਪ੍ਰਵੇਸ਼ ਕਰ ਗਿਆ, ਸਤਿਗੁਰ ਦੀਖਿਆ ਸਿੱਖਿਆ ਹਿਰਦੈ ਪ੍ਰਵੇਸ਼ ਜਾਹੇ, ਤਾਂ ਕਿ ਸੀਖ ਸੁਨਤ ਪਰਮ ਪਦ ਅਪਾਵੇ। ਉਹਦੀ ਸਿੱਖਿਆ ਨੂੰ ਸੁਣ ਕੇ, ਉਹਦੀ ਗੱਲ ਨੂੰ ਸੁਣ ਕੇ ਮਹਾਰਾਜ ਕਹਿੰਦੇ ਨੇ ਲੋਕਾਂ ਦਾ ਪਾਰ ਉਤਾਰਾ ਹੁੰਦਾ ਹੈ। ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾ ਬਚਨ ਕਿਹਾ ਕਿ ਜਿਨਨੀ ਸਤਿਗੁਰ ਸੇਵਿਆ ਪਿਆਰੇ, ਜਿਨ੍ਹਾਂ ਨੇ ਆਪਣੇ ਸਤਿਗੁਰੂ ਨੂੰ ਸੇਵਿਆ, ਆਪਣੇ ਗੁਰੂ ਜੀ ਦੇ ਬਚਨ ਨੂੰ ਮੰਨਿਆ, ਗੁਰੂ ਦਾ ਸਿਮਰਨ ਕੀਤਾ, ਤਿਨ ਕੇ ਸਾਥ ਤਰੇ। ਉਹਨਾਂ ਦੀ ਸੰਗਤ ਕਰਨ ਵਾਲੇ ਕਾਫਿਲੇ, ਉਹਨਾਂ ਦੀ ਸੰਗਤ ਕਰਨ ਵਾਲੇ ਜਿਹੜੇ ਸੱਜਣ ਨੇ, ਉਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ ਹੈ। ਉਹਨਾਂ ਨੂੰ ਵੀ ਗੁਰੂ ਨੇ, ਪ੍ਰਮਾਤਮਾ ਨੇ ਇਸ ਭਵ ਸਾਗਰ ਤੋਂ ਬਚਾ ਲਿਆ ਹੈ। ਤਿੰਨਾ ਠਾਕ ਨ ਪਾਈਆ ਪਿਆਰੇ, ਤਿੰਨਾ ਠਾਕ ਨਾ ਪਾਈਆ ਪਿਆਰੇ। ਠਾਕ ਦਾ ਅਰਥ ਹੁੰਦਾ ਰੋਕਣਾ, ਰੁਕਾਵਟ ਪੈਦਾ ਕਰਨੀ। ਕਿਸੇ ਮੰਜ਼ਿਲ ਤੇ ਜਾਣ ਲਈ ਉਹਨੂੰ ਅਟਕਾ ਲੈਣਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ, ਉਹਨਾਂ ਦੇ ਸਾਥੀ ਵੀ ਤਰੇ, ਤੇ ਉਹਨਾਂ ਸੇਵਾ ਸੇਵਣ ਵਾਲਿਆਂ ਸਿੱਖਾਂ ਦੇ, ਉਹਨਾਂ ਗੁਰਮੁਖਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ। ਉਹਨਾਂ ਦੇ ਰਸਤੇ 'ਚ ਰੁਕਾਵਟ ਨਹੀਂ ਕੋਈ ਆ ਸਕਦੀ। ਹਾਲਾਂਕਿ ਇੱਕ ਤਾਂ ਅਸੀਂ ਬਾਹਰ ਮੁਖੀ ਜੀਵਨ ਜੀਂਦਿਆਂ ਕਹਾਂਗੇ ਰੁਕਾਵਟਾਂ ਆਉਣੀਆਂ, ਦੂਸਰਾ ਹੈ ਆਤਮਿਕ ਯਾਤਰਾ ਕਰਦਿਆਂ, ਅੰਤਰੀਵ ਯਾਤਰਾ ਕਰਦਿਆਂ ਉੱਥੇ ਵੀ ਰੁਕਾਵਟਾਂ ਆਉਣੀਆਂ। ਫਿਰ ਮੈਂ ਦੁਹਰਾ ਦੇਣਾ, ਅਸੀਂ ਜੀ ਰਹੇ ਹਾਂ ਸੰਸਾਰ ਵਿੱਚ, ਕੰਮਕਾਰ ਕਰਨੇ ਆ, ਸੰਸਾਰੀ ਗ੍ਰਸਤੀ ਆ। ਕਈ ਵਾਰੀ ਜ਼ਿੰਦਗੀ 'ਚ ਇਹ ਕੁਝ ਵਾਪਰਦਾ ਜੋ ਆਪਾਂ ਸੋਚ ਨਹੀਂ ਸਕਦੇ, ਰੁਕਾਵਟਾਂ ਆ ਜਾਂਦੀਆਂ ਨੇ। ਤੇ ਜਦੋਂ ਸਿਮਰਨ ਵੱਲ ਕੋਈ ਤੁਰਦਾ ਹੈ, ਅੰਤਰਾਤਮੇ ਤੁਰਦਾ ਹੈ, ਪਿਆਰਿਓ ਰੁਕਾਵਟਾਂ ਉੱਥੇ ਵੀ ਆ ਜਾਂਦੀਆਂ ਨੇ। ਵਾਸ਼ਨਾ ਅਟਕਾ ਦੇਗੀ, ਉਸਤਤ ਨਿੰਦਿਆ ਅਟਕਾ ਦੇਗੀ, ਰੋਕ ਦੇਗੀ, ਮਾਨ ਅਪਮਾਨ ਰੋਕ ਦੇਗਾ। ਪਰ ਗੁਰੂ ਨਾਨਕ ਸਾਹਿਬ ਬਚਨ ਕਰ ਰਿਹਾ ਕਿ ਜਿਨ੍ਹਾਂ ਨੇ ਸਤਿਗੁਰੂ ਨੂੰ ਸੇਵਿਆ, ਤੇ ਸੱਚ ਇਹ ਵੇ ਕਿ ਉਹਨਾਂ ਦੇ ਰਸਤੇ ਵਿੱਚ ਕੋਈ ਠਾਕ ਨਹੀਂ ਪਾ ਸਕਦਾ। ਨਾ ਉਹਨਾਂ ਦੇ ਰਸਤੇ ਵਿੱਚ ਕੋਈ ਦੁਸ਼ਮਣ ਰੁਕਾਵਟ ਪੈਦਾ ਕਰ ਸਕਦਾ ਹੈ, ਨਾ ਉਹਨਾਂ ਦੇ ਰਸਤੇ ਵਿੱਚ ਕੋਈ ਵਕਾਰ ਰੁਕਾਵਟ ਪੈਦਾ ਕਰ ਸਕਦਾ ਹੈ। ਪਿਆਰਿਓ, ਨਾ ਉਹਨਾਂ ਦੇ ਰਸਤੇ ਵਿੱਚ ਕੋਈ ਸੰਸਾਰ ਦਾ ਇਨਸਾਨ ਠਾਕ ਪੈਦਾ ਕਰ ਸਕਦਾ। ਸਤਿਗੁਰੂ ਸ਼ਬਦ ਵਰਤ ਰਿਹਾ, ਉਹਨਾਂ ਦੇ ਰਸਤੇ ਵਿੱਚ ਕੋਈ ਠਾਕ ਨਹੀਂ, ਕੋਈ ਰੁਕਾਵਟ ਨਹੀਂ। ਇਸੇ ਕਰਕੇ ਗੁਰੂ ਜੀ ਨੇ ਬਾਣੀ ਵਿੱਚ ਕਿਹਾ, ਬਿਗਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਤਿੰਨਾ ਠਾਕ ਨਾ ਪਾਈਆ ਪਿਆਰੇ। ਉਹਨਾਂ ਦੇ ਬਿਗਨ ਸਿਰੇ ਸਨ, ਸਾਰੇ ਸਤਿਗੁਰੂ ਨੇ ਦੂਰ ਕਰ ਦਿੱਤੇ। ਇਸੇ ਕਰਕੇ ਬਾਬਾ ਜੀ ਨੇ ਕਿਹਾ, ਥਿਰ ਕਰ ਬੈਸੋ ਖਰਜਨ ਪਿਆਰੇ, ਸਤਿਗੁਰ ਤੁਮਰੇ ਕਾਹ ਸਵਾਰੇ। ਸਤਿਗੁਰੂ ਨੇ ਉਹਨਾਂ ਦੇ ਕਾਰਜ ਰਾਸ ਕਰ ਦਿੱਤੇ। ਕੋਈ ਵਾਸ਼ਨਾ, ਕੋਈ ਰਸਤਾ, ਜਿਹਨੂੰ ਅਸੀਂ ਗੁਰੂ ਅਰਜੁਨ ਦੇਵ ਦਾ ਬਚਨ ਪੜ੍ਹਨੇ ਆ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਉਹਨਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ, ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੁਕਾਵਟ, ਨਾ ਸੰਸਾਰ ਦਾ ਕਲੇਸ਼ ਰੁਕਾਵਟ। ਇੱਥੋਂ ਤੱਕ ਕਿ ਬਾਬਾ ਜੀ ਤਾਂ ਬਾਣੀ ਵਿੱਚ ਬਚਨ ਕਰਦੇ ਆ
ਉਹਨਾਂ ਦੇ ਰਸਤੇ ਵਿੱਚ ਜਮਦੂਤ ਵੀ ਕਦੀ ਠਾਕ ਨਹੀਂ ਪਾ ਸਕਦਾ, ਉਹਨਾਂ ਦੇ ਰਸਤੇ ਵਿੱਚ ਉਹ ਰੁਕਾਵਟ ਨਹੀਂ ਪਾ ਸਕਦਾ। ਗੁਰੂ ਜੀ ਦੇ ਅੰਮ੍ਰਿਤ ਬਚਨ ਨੇ, ਜੇ ਪੈਂਡੇ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੁਰਾਰੀ, ਸਤਿਗੁਰ ਪੂਰੈ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਤੀ, ਜਮ ਕਾ ਮਾਰਗ ਦੂਰ ਰਹਾ। ਪਿਆਰਿਓ, ਉਹਨਾਂ ਨੇ ਜਿਨ੍ਹਾਂ ਨੇ ਸੇਵਿਆ, ਸਤਿਗੁਰੂ ਕਹਿੰਦੇ ਨੇ ਉਹਨਾਂ ਦੇ ਰਸਤੇ ਵਿੱਚ ਕੋਈ ਠਾਕ, ਕੋਈ ਰੁਕਾਵਟ ਨਹੀਂ ਪਾ ਸਕਦਾ। ਅੰਮ੍ਰਿਤ ਰਸਨ ਹਰੇ। ਕਿਉਂ ਨਹੀਂ ਪਾ ਸਕਦਾ ਜੀ? ਅੱਗੇ ਫਿਰ ਗੁਰੂ ਸਾਹਿਬ ਕਹਿੰਦੇ ਆ, ਅੰਮ੍ਰਿਤ ਰਸਨ ਖਰੇ। ਅੰਮ੍ਰਿਤ ਦਾ ਅਰਥ ਕਰਾਂਗੇ ਨਾਮ ਅੰਮ੍ਰਿਤ। ਰਸਨ ਦਾ ਲਫ਼ਜ਼ੀ ਅਰਥ ਆਪ ਜਾਣਦੇ ਹੋ, ਜੇਵਾ ਜੀਵ ਰਸਨਾ। ਹਰੇ ਦਾ ਅਰਥ ਕਰਾਂਗੇ ਖਰੀ। ਕਹਿੰਦੇ ਉਹਨਾਂ ਦੇ ਰਸਤੇ ਵਿੱਚ ਤਾਂ ਨਹੀਂ ਕੋਈ ਰੁਕਾਵਟ ਪਾ ਸਕਦਾ, ਕਿਉਂਕਿ ਉਹਨਾਂ ਦੀ ਰਸਨਾ ਦੇ ਉੱਪਰ ਖਰੀ ਪਰਮਾਤਮਾ ਦਾ ਨਾਮ ਵਸ ਗਿਆ ਹੈ। ਅੰਮ੍ਰਿਤ ਰਸਨ ਹਰੇ, ਉਹਨਾਂ ਦੀ ਰਸਨਾ ਦੇ ਉੱਤੇ ਨਾਮ ਅੰਮ੍ਰਿਤ ਟਿਕ ਗਿਆ, ਖਰੀ ਦਾ ਨਾਮ ਟਿਕ ਗਿਆ। ਤੇ ਜਿਨ੍ਹਾਂ ਦੀ ਰਸਨਾ ਉੱਤੇ ਖਰੀ ਦਾ ਨਾਮ ਟਿਕਿਆ, ਮਹਾਰਾਜ ਕਹਿੰਦੇ ਨੇ ਉਹਨਾਂ ਦਾ ਸਾਥ ਵੀ ਤਰਿਆ ਤੇ ਉਹਨਾਂ ਸੱਜਣਾ ਦੀ ਜ਼ਿੰਦਗੀ 'ਚ ਕੋਈ ਰੁਕਾਵਟ ਵੀ ਨਹੀਂ। ਬੁੱਢੇ ਭਾਰੇ ਭੈ ਬਿਨਾ ਪਿਆਰੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਿਹਾ, ਬੁੱਢੇ ਭਾਰੇ ਭੈ ਬਿਨਾ ਪਿਆਰੇ। ਇਸ ਤੁਕ ਨੂੰ ਆਪ ਜੀ ਫਿਰ ਅਰਥ ਨੂੰ ਸਰਵਣ ਕਰਿਓ। ਮੈਂ ਜੋ ਅਰਜ਼ ਕਰਾਂਗਾ ਦੋ ਕੁ ਵਾਰੀ। ਬੁੱਢੇ ਦਾ ਅਰਥ ਡੁੱਬ ਗਏ, ਬੁੱਢੇ ਦਾ ਅਰਥ ਬਜ਼ੁਰਗ ਨਹੀਂ। ਭਾਰੇ ਜਿਹੜੇ ਵਜ਼ਨਦਾਰ ਸਨ। ਭੈ ਬਿਨਾ ਪਿਆਰੇ, ਭੈ ਦਾ ਅਰਥ ਹੈ ਡਰ। ਇਹਦੇ ਅਰਥ ਹੋ ਗਏ ਜਿਨ੍ਹਾਂ ਦੇ ਅੰਦਰ ਭੈ ਨਹੀਂ ਸੀ, ਭੈ ਤੋਂ ਬਿਨਾ ਇਹ ਵਜ਼ਨਦਾਰ ਸਨ, ਇਹ ਭਾਰੇ ਸਨ ਤੇ ਇਹ ਡੁੱਬ ਗਏ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਿਹਾ, ਬੁੱਢੇ ਭਾਰੇ ਭੈ ਬਿਨਾ ਪਿਆਰੇ। ਹੁਣ ਇਹ ਭੈ ਕੀ ਹੈ, ਭਾਰੇ ਕੀ ਨੇ? ਲਫ਼ਜ਼ੀ ਅਰਥ ਤਾਂ ਆਪਾਂ ਕਰਕੇ ਅੱਗੇ ਨਿਕਲ ਜਾਾਂਗੇ। ਬੁੱਢੇ ਭਾਰੇ ਭੈ ਬਿਨਾ ਪਿਆਰੇ। ਹੁਣ ਡੁੱਬ ਗਏ ਉਹ ਜਿਨ੍ਹਾਂ ਅੰਦਰ ਭੈ ਨਹੀਂ। ਤੇ ਗੁਰਬਾਣੀ ਸਾਰੀ ਤਾਂ ਕਹਿੰਦੀ ਹੈ ਭੈ ਮੁਕਤ ਹੋਣਾ ਚਾਹੀਦਾ, ਬੰਦੇ ਅੰਦਰ ਭੈ ਹੋਣਾ ਹੀ ਨਹੀਂ ਚਾਹੀਦਾ। ਇੱਥੇ ਜਿਹੜਾ ਭੈ ਬਿਨਾ ਪਿਆਰੇ, ਇੱਥੇ ਭੈ ਦਾ ਅਰਥ ਹੈ ਪਰਮਾਤਮਾ ਦਾ ਭੈ। ਇੱਥੇ ਭੈ ਦਾ ਅਰਥ ਹੈ ਸਤਿਗੁਰੂ ਦਾ ਭੈ। ਇੱਥੇ ਭੈ ਦਾ ਅਰਥ ਹੈ ਜਿਹਨੂੰ ਗੁਰਬਾਣੀ ਨੇ ਫਰਮਾਇਆ ਨਿਰਮਲ ਭਉ। ਇਸ ਬੇਨਤੀ ਨੂੰ ਫਿਰ ਭੈ ਦਾ ਲਫ਼ਜ਼ੀ ਅਰਥ ਆਪਾਂ ਡਰ ਕਰਾਂਗੇ। ਬਾਣੀ 'ਚ ਭੈ ਸ਼ਬਦ ਆਇਆ, ਭਉ ਸ਼ਬਦ ਆਇਆ, ਡਰ ਸ਼ਬਦ ਆਇਆ, ਇਹ ਸਾਰੇ ਆਏ ਨੇ। ਭੈ ਵੈਸੇ ਕਈ ਤਰ੍ਹਾਂ ਦਾ, ਪਰ ਬੜੇ ਸਰਲ ਸੌਖੇ ਤਰੀਕੇ ਨਾਲ ਸਮਝਣ ਲਈ ਗੁਰਬਾਣੀ ਨੇ ਦੋ ਤਰ੍ਹਾਂ ਦਾ ਭੈ ਦੱਸਿਆ, ਡਰ ਦੱਸਿਆ। ਇੱਕ ਭੈ ਹੈ ਸੰਸਾਰੀ ਦੁਨਿਆਵੀ, ਤੇ ਦੂਸਰਾ ਭੈ ਹੈ ਕਰਤਾਰੀ ਦੈਵੀ ਭੈ। ਇੱਕ ਨੂੰ ਕਿਹਾ ਨਿਰਮਲ ਭਉ, ਇੱਕ ਲਈ ਸ਼ਬਦ ਵਰਤਿਆ ਮੈਲਾ ਭਉ, ਸਿਰਫ ਭਉ ਸ਼ਬਦ ਵਰਤਿਆ। ਜਿੱਥੇ ਪਰਮਾਤਮਾ ਦਾ ਭੈ ਹੋਵੇਗਾ ਉੱਥੇ ਹੀ ਪ੍ਰੇਮ ਪੈਦਾ ਹੋਵੇਗਾ। ਦਾਸ ਨੇ ਇੱਕ ਵਾਰ ਇੱਥੇ ਕਥਾ ਕਰਦਿਆਂ ਇਹ ਅਰਜ਼ ਕੀਤੀ ਸੀ ਕਈ ਸਾਲ ਪਹਿਲਾਂ। ਮੈਂ ਫਿਰ ਅੱਜ ਰਿਪੀਟ ਕਰਨ ਲੱਗਾ। ਮੈਨੂੰ ਜ਼ਿਹਨ 'ਚ ਤਕਰੀਬਨ ਯਾਦ ਰਹਿੰਦਾ ਹੈ ਵੀ ਕੀ ਬੋਲਿਆ, ਕਦੋਂ ਬੋਲਿਆ, ਪਰ ਮੈਂ ਇੱਕ ਅਰਜ਼ ਕੀਤੀ ਸੀ, ਜਿੱਥੇ ਦੁਨਿਆਵੀ ਭੈ ਹੋਵੇਗਾ ਉੱਥੇ ਮੈਲ ਹਰ ਹਾਲਤ ਵਿੱਚ ਹੋਵੇਗੀ, ਉੱਥੇ ਨਫ਼ਰਤ ਜਨਮ ਲਏਗੀ। ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਦੁਨਿਆਵੀ ਭੈ ਹੋਵੇ ਤੇ ਉੱਥੇ ਮੁਹੱਬਤ ਪੈਦਾ ਹੋ ਜਾਏ। ਜਿੱਥੇ ਦੁਨਿਆਵੀ ਭੈ ਹੋਵੇਗਾ ਉੱਥੇ ਨਫ਼ਰਤ ਪੈਦਾ ਹੋਵੇਗੀ। ਜਿੱਥੇ ਪਰਮਾਤਮਾ ਦਾ ਨਿਰਮਲ ਭਉ ਹੋਵੇਗਾ ਉੱਥੇ ਪਰਮਾਤਮਾ ਦਾ ਇਸ਼ਕ ਪੈਦਾ ਹੋਵੇਗਾ, ਉੱਥੇ ਪਰਮਾਤਮਾ ਦਾ ਭਾਉ ਪੈਦਾ। ਇਸੇ ਕਰਕੇ ਗੁਰੂ ਜੀ ਨੇ ਕਿਹਾ, ਨੱਚਨ ਕੁੱਦਨ ਮਨ ਕਾ ਚਾਓ, ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਜਿਨ੍ਹਾਂ ਦੇ ਮਨ ਵਿੱਚ ਭੈ ਹੈ ਉਹਨਾਂ ਦੇ ਮਨ ਦੇ ਵਿੱਚ ਭਾਉ ਦਾ ਅਰਥ ਹੈ ਪ੍ਰੇਮ। ਗੁਰੂ ਸਾਹਿਬ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੁੰਦਾ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ ਹਉਮੈ ਮਹਿਲ ਗਵਾਇਆ ਬਲਰਾਮ ਜੀਓ। ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਗੁਰੂ ਰਾਮਦਾਸ ਜੀ। ਹੁਣ ਉਹ ਜਿਹੜਾ ਭੈ ਹੈ, ਗੁਰੂ ਜੀ ਕਹਿ ਰਿਹਾ ਕਿ ਸੰਸਾਰੀ ਜਿੱਥੇ ਵੀ ਭੈ ਹੋਵੇਗਾ ਉੱਥੇ ਨਫ਼ਰਤ, ਉੱਥੇ ਮੈਲ ਬਦੋ ਬਦੀ ਆਉਣੀ।
ਮੰਨ ਲਓ ਅਸੀਂ ਕਿਸੇ ਬੰਦੇ ਨੂੰ ਡਰਾਉਂਦੇ ਹਾਂ, ਕਿਤੇ ਵੀ ਡਰਾਵਾਂਗੇ, ਜਿੱਥੇ ਦੁਨਿਆਵੀ ਭੈ ਵੇ ਉੱਥੇ ਖੰਡਾ ਹੋਵੇਗਾ, ਜਿੱਥੇ ਕਰਤਾਰੀ ਭੈ ਵੇ ਉੱਥੇ ਟਿਕਾ ਹੋਵੇਗਾ। ਸਮਝਣ ਲਈ ਜੀ, ਇੱਕ ਬੰਦਾ ਡਿਕਟੇਟਰ ਬਣ ਜਾਂਦਾ ਹੈ, ਤਾਨਾਸ਼ਾਹ ਬਣ ਜਾਂਦਾ ਹੈ, ਲੋਕ ਉਹਨੂੰ ਅੰਦਰੋਂ ਸਵੀਕਾਰ ਨਹੀਂ ਕਰਦੇ, ਉਹਨੂੰ ਮੰਨਦੇ ਨਹੀਂ, ਪਰ ਉਹ ਵਿਚਾਰੇ ਡਰਦੇ ਹੋਏ, ਉਹਨਾਂ ਦੇ ਅੰਦਰ ਦੀ ਕਮਜ਼ੋਰੀ ਹੈ, ਉਸ ਤਾਨਾਸ਼ਾਹ ਨੂੰ ਜਾਂ ਉਸ ਤਾਕਤ ਵਾਲੇ ਬੰਦੇ ਅੱਗੇ ਉਹ ਵਕਤੀ ਤੌਰ ਤੇ ਝੁਕੇ ਰਹਿੰਦੇ ਆ। ਭਾਵੇਂ ਉਹ ਲੱਖਾਂ ਦੀ ਗਿਣਤੀ ਵਿੱਚ ਉਸ ਡਿਕਟੇਟਰ ਜਾਂ ਤਾਨਾਸ਼ਾਹ ਦੇ ਸਾਹਮਣੇ ਝੁਕਦੇ ਹੋਣ, ਉਹਨਾਂ ਦੇ ਅੰਦਰ ਨੂੰ ਪੁੱਛ ਕੇ ਦੇਖਿਓ, ਇਕੱਲੇ ਨੂੰ ਉਹ ਇੱਕੋ ਗੱਲ ਕਹਿੰਦੇ, ਏਦੂ ਬੁਰਾ ਬੰਦਾ ਹੀ ਕੋਈ ਦੁਨੀਆ ਤੇ ਨਹੀਂ। ਇਹਦਾ ਮਤਲਬ ਉਹ ਡਰਦੇ ਜ਼ਰੂਰ ਨੇ ਦੁਨਿਆਵੀ ਤੌਰ ਤੇ, ਪਰ ਅੰਦਰੂਨੀ ਤੌਰ ਤੇ ਉਹਦੇ ਪ੍ਰਤੀ ਨਫ਼ਰਤ ਨਾਲ ਭਰੇ ਪਏ ਆ, ਉਹਦੇ ਨਫ਼ਰਤ ਕਰਦੇ ਆ। ਤੇ ਜਿੱਥੇ ਨਫ਼ਰਤ ਹੋਵੇਗੀ ਉੱਥੇ ਦੂਰੀ ਬਣੇਗੀ। ਪਿਆਰਿਓ ਚੇਤੇ ਰੱਖੋ, ਜਿੱਥੇ ਨਿਰਮਲ ਭਾਵ ਹੋਵੇਗਾ ਉੱਥੇ ਨੇੜਤਾ ਬਣੇਗੀ, ਉੱਥੇ ਦੂਰੀ ਨਹੀਂ ਬਣਦੀ। ਮੈਂ ਫਿਰ ਅਰਜ਼ ਕਰਾਂਗਾ, ਦੁਨਿਆਵੀ ਭੈ ਮਲੀਨਤਾ ਤੇ ਨਫ਼ਰਤ ਨੂੰ ਜਨਮ ਦਿੰਦਾ ਹੈ, ਤੇ ਜਿਹੜਾ ਨਿਰਮਲ ਭਾਵ ਵੇ, ਗੁਰੂ ਦਾ ਭੈ ਵੇ, ਪਰਮਾਤਮਾ ਦਾ ਭੈ ਵੇ, ਜਿਹਨੂੰ ਆਪਾਂ ਅਦਬ ਕਹਿੰਦੇ ਆ, ਇਹ ਸਾਡੇ ਅੰਦਰ ਪ੍ਰੇਮ ਨੂੰ ਜਨਮ ਦਿੰਦਾ ਹੈ। ਜਿੰਨਾ ਕੋਈ ਗੁਰੂ ਦੇ ਭੈ ਵਿੱਚ ਰਹਿੰਦਾ ਹੈ, ਇਸੇ ਕਰਕੇ ਮੈਂ ਬਾਣੀ ਚ ਇੱਕ ਬਾਬਾ ਜੀ ਨੇ ਕਿਹਾ, ਭੈ ਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ। ਭੈ ਤੋਂ ਬਿਨਾ ਭਾਵ ਪੈਦਾ ਹੀ ਨਹੀਂ ਹੋ ਸਕਦਾ। ਮਹਾਰਾਜ ਇੱਥੇ ਕਹਿੰਦੇ ਨੇ, ਜਿਹੜੇ ਪਰਮਾਤਮਾ ਦੇ ਭੈ ਚ ਨਹੀਂ ਸਨ, ਕਹਿਣਾ ਕੋਈ ਪਰਵਾਹ ਨਹੀਂ, ਇਹ ਤਾਂ ਐਵੇਂ ਗੱਪਾਂ ਨੇ ਜੀ, ਇਹ ਐਵੇਂ ਡਰਾਈ ਜਾਂਦੇ ਨੇ ਜੀ। ਨਹੀਂ ਪਿਆਰਿਓ, ਜਿੰਨਾ ਆਪਾਂ ਭੈ ਵਿੱਚ ਜੀਵਾਂਗੇ, ਨਿਰਮਲ ਭੈ ਵਿੱਚ ਜੀਵਾਂਗੇ, ਕਿਸੇ ਬੰਦੇ ਨੂੰ ਡਰ ਲੱਗੇ ਨਾ, ਤੇ ਅਸੀਂ ਕਹਿੰਦੇ ਆ ਵੀ ਡਰ ਨਾਲ ਵਿਚਾਰੇ ਦਾ ਖੂਨ ਸੁੱਕ ਗਿਆ। ਇਹ ਡਰ ਨਾਲ ਬੰਦਾ ਜਿਹੜਾ ਹੈ, ਇਹ ਹੱਡੀਆਂ ਦਾ ਪਿੰਜਰ ਬਣ ਗਿਆ, ਖੰਡੀਆਂ ਦੀ ਮੁੱਠ ਬਣ ਕੇ ਰਹਿ ਗਿਆ। ਤੇ ਮੇਰਾ ਗੁਰੂ ਅਮਰਦਾਸ ਕਹਿੰਦਾ, ਭਾਈ ਜਦੋਂ ਤੇਰੇ ਅੰਦਰ ਪਰਮਾਤਮਾ ਦਾ ਭੈ ਪੈਦਾ ਹੋਵੇਗਾ ਨਾ, ਉਦੋਂ ਤੇਰੇ ਅੰਦਰ ਜਿੰਨੀ ਵੀ ਵਿਕਾਰਾਂ ਦੀ ਮੈਲ ਹੈ, ਉਹ ਸਾਰੀ ਰੱਬ ਦਾ ਭੈ ਸਾੜ ਕੇ ਰੱਖ ਦੇਗਾ। ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਜਿਵੇਂ ਸੋਨੇ ਦੇ ਥੱਲੇ ਅੱਗ ਬਾਲੋ ਤੇ ਕੁਠਾਲੀ ਵਿੱਚ ਪਿਆ ਹੋਇਆ ਸੋਨਾ, ਉਹਦੀ ਮੈਲ ਆਪਣੇ ਆਪ ਸੜ ਜਾਂਦੀ ਹੈ। ਜਿੰਨੀ ਅੱਗ ਤੇਜ਼ ਬਲੇਗੀ, ਓਨਾ ਉਸ ਸੋਨੇ ਦੀ ਮੈਲ ਸੜੇਗੀ। ਤੇ ਜਿੰਨਾ ਕੋਈ ਗੁਰੂ ਦੇ ਭੈ ਵਿੱਚ ਰਹਿ ਕੇ ਜ਼ਿੰਦਗੀ ਜੀਏਗਾ ਪਿਆਰਿਓ, ਓਨੀ ਉਹਦੇ ਅੰਦਰ ਦੀ ਵਾਸ਼ਨਾ ਦੀ ਮੈਲ ਸੜੇਗੀ। ਜੇ ਭੈ ਰੱਖਾਂਗੇ ਤਾਂ। ਜੇ ਕਹੀਏ ਮੈਨੂੰ ਕੋਈ ਨਹੀਂ ਦੇਖਦਾ, ਅੱਜ ਕੱਲ ਐਸਾ ਹੈ ਨਹੀਂ। ਜੇ ਸਾਡੇ ਮਨ ਚ ਭੈ ਹੋਵੇ ਤੇ ਆਪਾਂ ਗਲਤੀ ਕਿਉਂ ਕਰੀਏ? ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋਈਏ ਤੇ ਉਸ ਗੁਰੂ ਦੇ ਨਾਂ ਉੱਤੇ ਕਿਉਂ ਦੁਰਵਰਤੋਂ ਕਰ ਜਾਈਏ? ਇਹਦਾ ਮਤਲਬ ਆਪਾਂ ਕਿਤਾਬ ਮੰਨਿਆ, ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਨਹੀਂ ਮੰਨਿਆ। ਮੈਂ ਨਫ਼ਰਤ ਲਈ ਕੋਈ ਸ਼ਬਦ ਨਹੀਂ ਕਹਿ ਰਿਹਾ। ਜੇ ਸਾਡੇ ਮਨ ਚ ਭੈ ਹੋਵੇਗਾ, ਉਹ ਮਨਾ ਜਿੰਨੇ ਤੈਨੂੰ ਪਾਰ ਕਰਨਾ, ਜਿੰਨੇ ਤੈਨੂੰ ਜਹਾਨਾਂ ਤੋਂ ਉਤਾਰਨਾ, ਤੂੰ ਉਹਦੇ ਨਾਂ ਤੇ ਵੀ ਠੱਗੀਆਂ ਮਾਰੀ ਜਾਣਾ ਬੰਦਿਆ। ਫਿਰ ਤੇਰੇ ਅੰਦਰ ਨਿਰਮਲ ਭੈ ਕਿੱਥੇ ਹੈ? ਭੈ ਹੋਣਾ ਜਿਹਦੇ ਅੰਦਰ ਰੱਬ ਦਾ, ਗੁਰੂ ਦਾ ਭੈ ਹੈ। ਵਕਤੀ ਤੌਰ ਤੇ ਬੰਦਾ ਲੱਗਦਾ ਨਹੀਂ ਜੀ ਇਹ ਡਰ ਗਿਆ ਜੀ, ਨਹੀਂ ਪਿਆਰਿਓ, ਉਹਨੂੰ ਪਤਾ ਹੈ ਕਿ ਮੇਰੇ ਪਾਰ ਬ੍ਰਹਮ ਪਰਮੇਸ਼ਵਰ ਦੇ ਭੈ ਨੇ ਮੇਰੇ ਅੰਦਰ ਨੂੰ ਨਿਰਮਲ ਕਰ ਦੇਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਅੰਦਰ ਭੈ ਨਹੀਂ, ਗੁਰੂ ਦਾ ਡਰ ਨਹੀਂ, ਇਸੇ ਕਰਕੇ ਪਿਆਰਿਓ ਗੁਰੂ ਹਰਿ ਰਾਏ ਸਾਹਿਬ ਦਾ ਜੀਵਨ ਅਸੀਂ ਸਾਰੇ ਪੜ੍ਹਨੇ ਆ ਨਾ। ਸਾਡੇ ਇਤਿਹਾਸਕਾਰ ਇੱਕ ਸਾਖੀ ਨੂੰ ਗੁਰਬਾਣੀ ਦੇ ਅਦਬ ਵਜੋਂ ਦਿੰਦੇ ਆ ਕਿ ਸੰਗਤ ਬਾਣੀ ਪੜ੍ਹਦੀ ਆ ਰਹੀ ਸੀ ਤੇ ਮਹਾਰਾਜ ਪਲੰਗ ਉੱਤੇ ਵਿਸ਼ਰਾਮ ਕਰ ਰਹੇ ਸਨ, ਤੇ ਜਦੋਂ ਉਹਨਾਂ ਦੇ ਪਵਿੱਤਰ ਸਰਵਣਾ ਵਿੱਚ ਸਿੱਖ ਸ਼ਬਦ ਪੜ੍ਹਦੇ ਆ ਰਹੇ ਨੇ, ਕੰਨਾਂ ਵਿੱਚ ਸ਼ਬਦ ਸੁਣਾਈ ਦਿੱਤਾ, ਤੇ ਗੁਰੂ ਹਰਿ ਰਾਏ ਸਾਹਿਬ ਜੀ ਇੱਕੋ ਦਮ ਪਲੰਗ ਤੋਂ ਥੱਲੇ ਉਤਰੇ ਤੇ ਉਹਨਾਂ ਦੇ ਗੋਡੇ ਉੱਤੇ ਚੋਟ ਆ ਗਈ। ਉੱਥੇ ਸਤਿਗੁਰਾਂ ਨੇ ਕੁਝ ਬਚਨ ਕਹੇ ਸਿੱਖਾਂ ਨੂੰ, ਕਹਿੰਦੇ ਜਿਹੜਾ ਸਿੱਖ ਗੁਰੂ ਦੇ ਸ਼ਬਦ ਦਾ ਭੈ ਹੀ ਕਰਨਾ ਸ਼ੁਰੂ ਕਰਦਾ, ਭੈ ਦਾ ਮਤਲਬ ਕਿ ਇਹ ਮਤ ਸਮਝੇ ਕਿ ਕਾਗਜ਼ ਉੱਤੇ ਲਿਖਿਆ, ਇਸ ਭੈ ਨਾਲ ਚੱਲੇ ਮਨਾ
ਜੋ ਕੁਝ ਤੂੰ ਪੜ ਰਿਹਾ ਤੇਰਾ ਗੁਰੂ ਤੈਨੂੰ ਦੇਖਦਾ ਹੈ, ਤੇਰਾ ਗੁਰੂ ਤੈਨੂੰ ਸੁਣਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜਾ ਭੈ ਕਰਨਾ ਸ਼ੁਰੂ ਕਰਦਾ ਇਹ ਵੀ ਇੱਕ ਰਹਿਮਤ ਹੈ, ਉਹ ਬਿਨਾਂ ਕਿਸੇ ਤਰੱਦਦ ਤੋਂ ਭਵ ਸਾਗਰ ਤੋਂ ਪਾਰ ਹੋ ਜਾਏਗਾ। ਜਿਸ ਸਿੱਖ ਦੇ ਅੰਦਰ ਬਾਣੀ ਤੇ ਗੁਰੂ ਦਾ ਭੈ ਨਹੀਂ, ਗੁਰੂ ਹਰਿ ਸਾਹਿਬ ਕਹਿੰਦੇ ਉਹ ਪਖੰਡੀ ਭੇਖੀ ਹੋ ਸਕਦਾ, ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ। ਮਹਾਰਾਜ ਜੀ ਕਹਿੰਦੇ ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਾ ਹਮਾਰਾ। ਜੋ ਸਿੱਖ ਗੁਰਬਾਣੀ ਭੈ ਕਰੈ, ਬਿਨ ਪ੍ਰਯਾਸ ਭਵ ਸਾਗਰ ਤਰੈ। ਇੱਥੇ ਬੇਨਤੀ ਕੀਤੀ ਜਿਹੜਾ ਭੈ ਸ਼ਬਦ ਹੈ, ਜਦੋਂ ਪ੍ਰਮਾਤਮਾ ਦਾ ਭੈ ਹੀ ਨਹੀਂ ਤੇ ਇਨਸਾਨ, ਗੁਰੂ ਨਾਨਕ ਸਾਹਿਬ ਕਹਿ ਰਿਹਾ ਭੈ ਤੋਂ ਬਿਨਾ ਵਾਸ਼ਨਾ ਨਾਲ ਭਾਰੇ ਹੋ ਗਏ। ਭਾਰਾ ਬੰਦਾ ਕਦੀ ਧਰ ਸਕਦਾ ਜੀ? ਗੁਰੂ ਜੀ ਦਾ ਇੱਕ ਬਚਨ ਹੁੰਦਾ, ਬੇਕਾਰ ਪਾਥਰ ਗਲੇ ਬੰਨ੍ਹਦਾ ਨਿੰਦ ਪੋਟ ਸਰਾਏ। ਹੁਣ ਇੱਕ ਪੰਡ ਵੀ ਚੁੱਕੀ ਹੋਵੇ ਸਿਰ ਦੇ ਉੱਤੇ, ਦਰਿਆ ਮੰਨ ਲਓ ਚੜਿਆ ਹੋਵੇ, ਇੱਕ ਤਾਂ ਪੰਡ ਚੁੱਕੀ ਸਿਰ ਤੇ, ਦੂਜਾ ਗਲ ਦੇ ਵਿੱਚ ਪੱਥਰਾਂ ਦਾ ਹਾਰ, 2-2.5 ਮਣ ਦੇ ਪੱਥਰ ਲਟਕਾਏ ਹੋਣ, ਦੱਸੋ ਬੰਦਾ ਪਾਰ ਹੋ ਜਾਊਗਾ? ਜਿਵੇਂ ਸਿਰ ਤੇ ਪੰਡਾਂ ਚੁੱਕ ਕੇ ਤੇ ਗਲ 'ਚ ਭਾਰ ਬੰਨ ਕੇ ਦਰਿਆ ਨਹੀਂ ਪਾਰ ਹੁੰਦੇ, ਜਿਸ ਬੰਦੇ ਨੇ ਆਪਣੇ ਸਿਰ ਤੇ ਲੋਕਾਂ ਦੀ ਨਿੰਦਿਆ ਦੀ ਪੰਡ ਚੁੱਕੀ ਏ, ਉਹ ਬੰਦਾ ਭਵ ਸਾਗਰ ਨੂੰ ਕਿਵੇਂ ਤਰ ਜਾਏਗਾ? ਗੁਰੂ ਜੀ ਕਹਿੰਦੇ ਨੇ ਪ੍ਰਮਾਤਮਾ ਦੇ ਭੈ ਤੋਂ ਬਿਨਾ ਇਨਸਾਨ ਜਿਹੜੇ ਉਹ ਡੁੱਬ ਗਏ ਹਨ। ਤਾਰੇ ਨਦਰ ਕਰੇ। ਹਾਂ ਦੇਖੋ ਇੱਥੇ ਫਿਰ ਗੁਰੂ ਜੀ ਨੇ ਉਸ ਦਵੈਸ਼ ਨਹੀਂ ਬਣ ਦਿੱਤਾ। ਕਹਿੰਦੇ ਨੇ ਜੇ ਉਹ ਨਦਰ ਕਰਦਾ ਪਰਮਾਤਮਾ ਦੀ ਬਖਸ਼ਿਸ਼ ਹੋ ਜਾਏ ਤੇ ਉਹ ਇਸ ਭਵ ਸਾਗਰ ਤੋਂ ਜਿਹੜੇ ਭੈ ਵਾਲੇ ਨੇ ਉਹਨਾਂ ਨੂੰ ਪਾਰ ਕਰ ਦਿੰਦਾ ਹੈ। ਭੀ ਤੂੰ ਹੈ ਸਾਲਾਹਣਾ ਪਿਆਰੇ। ਭੀ ਤੂੰ ਹੈ ਸਾਲਾਹਣਾ ਪਿਆਰੇ। ਹੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ, ਉਹਨਾਂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਭੀ ਤੇਰੀ ਸਲਾਹ। ਸਲਾਹ ਭੀ ਤੇਰੀ ਸਲਾਹ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਸਲਾਉਣ ਯੋਗ ਪਰਮਾਤਮਾ ਦੀ ਸਿਫਤ ਕਰ। ਉਹ ਸਿਫਤ ਦੇ ਯੋਗ ਹੈ, ਉਹਦੀ ਸਿਫਤ ਕਰਨੀ ਬਣਦੀ ਹੈ। ਵਨ ਬੋਹਿਤ ਭੈ ਡੁੱਬਿਆ ਪਿਆਰੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵਿਣ ਬੋਹਿਤ ਭੈ ਡੁੱਬਿਆ ਪਿਆਰੇ। ਜਿਵੇਂ ਕੋਈ ਬੰਦਾ ਜਹਾਜ਼ ਤੋਂ ਬਿਨਾ, ਸਮੁੰਦਰ ਬੜਾ ਡੂੰਘਾ ਹੈ, ਛੱਲਾਂ ਉੱਠਦੀਆਂ ਨੇ ਤੇ ਜਹਾਜ਼ ਤੋਂ ਬਿਨਾ ਬੰਦਾ ਡੁੱਬ ਜਾਏਗਾ। ਇਸੇ ਤਰ੍ਹਾਂ ਜਿਹੜੇ ਇਨਸਾਨ ਦੇ ਅੰਦਰ ਪਰਮਾਤਮਾ ਦਾ ਭੈ ਨਹੀਂ, ਮਹਾਰਾਜ ਕਹਿੰਦੇ ਨੇ ਜਿਵੇਂ ਜਹਾਜ਼ ਤੋਂ ਬਿਨਾ ਲੋਕ ਸਮੁੰਦਰ 'ਚ ਡੁੱਬ ਗਏ, ਇਸੇ ਤਰ੍ਹਾਂ ਪਿਆਰਿਓ ਸਿਫਤ ਸਲਾਹ ਤੋਂ ਬਿਨਾ ਤੇ ਨਿਰਮਲ ਭਉ ਤੋਂ ਬਿਨਾ ਸੰਸਾਰ ਵਿੱਚ ਬੰਦੇ ਡੁੱਬ ਗਏ ਆ। ਉਹ ਭਵ ਸਾਗਰ 'ਚ ਡੁੱਬ ਜਾਂਦੇ ਹਨ। ਕੰਦੀ ਪਾਏ ਕਹਾਹੁ। ਮਹਾਰਾਜ ਕਹਿੰਦੇ ਨੇ ਕੰਦੀ ਪਾਏ ਕਹਾਹ, ਕਿ ਉਹਨਾਂ ਨੂੰ ਕਿਨਾਰਾ ਕੋਈ ਨਹੀਂ ਦਿਸਦਾ, ਉਹਨਾਂ ਨੂੰ ਦਿਸਦੀ ਕੋਈ ਨਹੀਂ ਅਸੀਂ ਕਿਹੜੇ ਕਿਨਾਰੇ ਲੱਗਾਂਗੇ। ਇਹਦਾ ਮਤਲਬ ਕਿ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਤੇ ਉਹ ਸਿਫਤ ਦੇ ਯੋਗ ਹੈ। ਇਹ ਲਫ਼ਜ਼ ਫਿਰ ਦੁਹਰਾ ਦੇਣਾ ਮੈਂ, ਕਈ ਵਾਰੀ ਕਈ ਬੰਦੇ ਸਿਫਤ ਦੇ ਯੋਗ ਨਹੀਂ ਹੁੰਦੇ ਨਿਕੰਮੇ ਨੇ, ਪਰ ਉਹਨਾਂ ਨੂੰ ਰੱਬ ਨੇ ਚਲੋ ਸ਼ਕਤੀ ਦਿੱਤੀ, ਤਾਕਤ ਦਿੱਤਾ, ਪੈਸਾ ਦਿੱਤਾ, ਤੇ ਉਹ ਨਿਕੰਮੇ ਬੰਦੇ ਸਲਾਉਣ ਦੇ ਯੋਗ ਨਹੀਂ ਹੁੰਦੇ, ਪਰ ਲੋਕੀ ਧੱਕੇ ਨਾਲ ਉਹਨਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੀ ਸਲਾਹ ਸਿਫਤੋ ਸਲਾਹ ਕਰੀ ਜਾਂਦੇ। ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਯੋਗ ਹੈ ਸਿਫਤ ਦੇ, ਕਿਉਂਕਿ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ। ਤੇ ਨਾਲ ਬਚਨ ਕੀਤੋ ਨੇ ਕਿ ਜਿਸ ਬੰਦੇ ਅੰਦਰ ਪਰਮਾਤਮਾ ਦੀ ਸਿਫਤ ਤੇ ਭੈ ਨਹੀਂ, ਜਿਵੇਂ ਜਹਾਜ਼ ਤੋਂ ਬਿਨਾ ਲੋਕ ਸਮੁੰਦਰ ਵਿੱਚ ਡੁੱਬ ਜਾਂਦੇ ਆ, ਇਨ ਬਿਨ ਇਸੇ ਤਰ੍ਹਾਂ ਲੋਕ ਸਿਫਤ ਸਲਾਹ ਤੋਂ ਬਿਨਾ ਇਸ ਭਵ ਸਾਗਰ ਵਿੱਚ ਡੁੱਬ ਜਾਂਦੇ ਨੇ ਤੇ ਉਹਨਾਂ ਨੂੰ ਕੋਈ ਕਿਨਾਰਾ ਨਜ਼ਰ ਨਹੀਂ ਆਉਂਦਾ। ਰਹਾਉ। ਇਹ ਦੋ ਤੁਕਾਂ ਜਿਹੜੀਆਂ ਅਸੀਂ ਪਾਠ ਕੀਤਾ ਭਾਈ ਸਾਹਿਬ ਨੇ ਤੇ ਅਰਥ ਕੀਤੇ, ਇਹ ਇਸ ਬਚਨ ਵਿੱਚ ਰਹਾਉ ਦੀਆਂ ਤੁਕਾਂ ਹਨ। ਸਾਲਾਹੀ ਸਾਲਾਹਣਾ ਪਿਆਰੇ। ਹਜ਼ੂਰ ਕਹਿੰਦੇ ਨੇ ਸਿਫਤ ਸਲਾਹ ਕਰ, ਉਹ ਸਲਾਉਣ ਯੋਗ ਪਰਮਾਤਮਾ ਦੀ, ਦੂਜਾ ਅਵਰ ਨ ਕੋਏ। ਤੇ ਉਸ ਦੇ ਮੁਕਾਬਲੇ ਹੋਰ ਕੋਈ ਦੂਜਾ ਹੈ ਹੀ ਨਹੀਂ। ਜੇ ਕਹਿ ਦਈਏ ਵੀ ਪਰਮਾਤਮਾ ਦੇ ਮੁਕਾਬਲੇ ਸੀ ਇਹਦੀ ਸਿਫਤ ਕਰਨੇ, ਨਹੀਂ, ਉਸ ਦੇ ਤੁਲ ਹੋਰ ਕੋਈ ਨਹੀਂ, ਕੋਈ ਉਹਦੀ ਬਰਾਬਰਤਾ ਨਹੀਂ ਕਰ ਸਕਦਾ।
ਪਿਆਰਿਓ ਦੇਖੋ, ਜਿੰਨੀ ਕੋਈ ਭਿੱਜ ਕੇ ਇਕਾਗਰ ਹੋ ਕੇ ਸਿਫਤ ਕਰੇਗਾ, ਜੇ ਆਪਾਂ ਕਹਾਂਗੇ ਚਲੋ ਵਾਹਿਗੁਰੂ ਸ਼ਬਦ ਗੁਰਮੰਤਰ ਹੈ ਸਾਨੂੰ ਦਿੱਤਾ, ਆ ਗੁਰਬਾਣੀ ਵੀ ਤੇ ਸਿਫਤ ਹੈ ਨਾ, ਕੀਰਤਨ ਹੋ ਰਿਹਾ ਇਹ ਵੀ ਤਾਂ ਸਿਫਤ ਹੈ ਨਾ, ਉਸਤਤੀ ਕਹਿ ਲੋ, ਸਿਫਤ ਕਹਿ ਲੋ, ਵਡਿਆਈ ਕਹਿ ਲੋ, ਜਿੰਨੀ ਕੋਈ ਸਿਫਤ ਕਰੇਗਾ ਓਨੀ ਸਿਫਤੀ ਵਾਲਾ ਜਿਹੜਾ ਦਾਤਾ ਹੈ ਉਹਨੂੰ ਆਪਣੇ ਘਰ ਵਿੱਚ ਥਾਂ ਦੇ ਦੇਗਾ। ਤੂੰ ਸੱਚਾ ਸਾਹਿਬ, ਤੂੰ ਸੱਚਾ ਸਾਹਿਬ, ਸਿਫਤ ਸਵਾਲਿਓ। ਸਾਹਿਬ ਦਾ ਅਰਥ ਹੈ ਮਾਲਕ। ਤੂੰ ਮਾਲਕਾ ਸੱਚਾ ਹੈ, ਸਿਫਤ ਸਵਾਲਿਓ। ਤੇਰੀ ਸਿਫਤ ਵੀ ਬੜੀ ਚੰਗੀ ਹੈ, ਤੇਰੀ ਸਿਫਤ ਬੜੀ ਸੁੰਦਰ ਹੈ। ਜਿਨ ਕੀਤੀ ਸੋ ਪਾਰ ਪਿਆ, ਜਿਨਨੇ ਤੇਰੀਆਂ ਸਿਫਤਾਂ ਕੀਤੀਆਂ ਵੈਗੁਰੂ, ਇੱਕ ਦਿਨ ਉਹ ਭਵ ਸਾਗਰ ਤੋਂ ਪਾਰ ਹੋ ਗਿਆ। ਇਹ ਸਿਫਤ ਦੀ ਵਡਿਆਈ ਹੈ। ਗੁਰੂ ਸਾਹਿਬ ਕਹਿੰਦੇ ਨੇ, ਨਾਨਕ ਆਖੈ ਇਹੋ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਜਿਹੜਾ ਪ੍ਰਮਾਤਮਾ ਦੀ ਸਿਫਤ ਕਰਦਾ ਉਹਦੀ ਗੰਢ, ਉਹਦਾ ਜੋੜ, ਉਹਦਾ ਮਿਲਾਪ ਅਕਾਲ ਪੁਰਖ ਵੈਗੁਰੂ ਦੇ ਘਰ ਵਿੱਚ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਪਿਆਰਿਓ, ਉਸ ਸਲਾਉਣ ਯੋਗ ਪ੍ਰਮਾਤਮਾ ਨੂੰ ਸਲਾਹ, ਉਹਦੀ ਸਿਫਤ ਕਰ। ਜਿਵੇਂ ਅਸੀਂ ਹੁਣ ਮੰਨ ਲਓ ਜਪਜੀ ਸਾਹਿਬ ਪੜ੍ਹਦੇ ਹਾਂ ਸਵੇਰੇ ਨਿਤਨੇਮ ਵਿੱਚ, ਤੇ ਮੈਂ ਆਪ ਨੂੰ ਬੇਨਤੀ ਕਰਾਂਗਾ ਘਰਾਂ ਵਿੱਚ ਵੀ ਜਿਹੜੇ ਸੁਣਨੇ, ਜਿੰਨਾ ਮਰਜੀ ਤਰਕ ਗਿਆਨ ਵਿਗਿਆਨ, ਇਹਨੂੰ ਮੇਰੀ ਅਨਪੜ੍ਹਤਾ ਕਹਿ ਲੋ, ਜਿੰਨੀ ਮਰਜੀ ਅਗਿਆਨਤਾ ਦੀ ਤੇ ਅਸ਼ਰਦਾ ਦੀ ਹਨੇਰੀ ਝੁੱਲੇ, ਸਮਝ ਪਏ ਨਾ ਪਏ, ਕਦੀ ਆਪਣੀ ਜ਼ਿੰਦਗੀ ਵਿੱਚ ਨਿਤਨੇਮ ਨਹੀਂ ਛੱਡਣਾ। ਜਿਨ੍ਹਾਂ ਨੇ ਛੱਡ ਦਿੱਤਾ ਸਮਝੋ ਗਏ ਦੂਰ, ਉਹਨਾਂ ਦਾ ਰਸਤਾ ਟੁੱਟ ਗਿਆ, ਉਹਨਾਂ ਦਾ ਮਿਲਾਪ ਦਾ ਸਾਧਨ ਖਤਮ ਹੋ ਗਿਆ। ਹੁਣ ਜੇ ਅਸੀਂ ਕਹੀਏ ਸਿਫਤ ਸਲਾਹ ਜੇ ਕਰਨੀ ਹੋਵੇ, ਆ ਜਪਜੀ ਸਾਹਿਬ ਵਿੱਚ ਵੀ ਗੁਰੂ ਜੀ ਨੇ ਸਿਫਤ ਕੀਤੀ ਜੀ, ਬੜੀ ਜਪਜੀ ਸਾਹਿਬ ਸਿਫਤ ਹੈ। ਜਦੋਂ ਅਸੀਂ ਇਹ ਪਾਠ ਕਰਨੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਇੱਕ ਹੀ ਸਾਰੀਆਂ ਸਿਫਤਾਂ ਨੇ। ਬੇਅੰਤ ਸ਼ਬਦ ਨੇ ਜਿਹੜਾ ਸੋਦਰ ਦੀ 27ਵੀਂ ਪੌੜੀ ਹੈ, ਜਿਸ ਵਿੱਚ 3 ਤਰ੍ਹਾਂ ਦੇ ਕੀਰਤਨ ਦਾ ਜ਼ਿਕਰ ਹੈ। ਇੱਕ ਦ੍ਰਿਸ਼ਟਮਾਨ ਦਾ ਜ਼ਿਕਰ ਹੈ, ਇੱਕ ਅਦ੍ਰਿਸ਼ਟ ਦਾ ਜ਼ਿਕਰ ਹੈ, ਇੱਕ ਖੰਡਾ ਬ੍ਰਹਮੰਡਾਂ ਦਾ ਜ਼ਿਕਰ ਹੈ। ਦ੍ਰਿਸ਼ਟਮਾਨ ਦਾ ਹੈ, ਗਾਵਨ ਤੁਧ ਨੂੰ ਜਤੀ ਸਤੀ ਸੰਤੋਖੀ, ਗਾਵਨ ਤੁਧ ਨੂੰ ਵੀਰ ਕਰੇ। ਮੈਂ ਰਹਿ ਰਸ ਦਾ ਪੜ੍ਹ ਲੈ, ਇਹਦੇ ਵਿੱਚ ਦ੍ਰਿਸ਼ਟਮਾਨ। ਅਦ੍ਰਿਸ਼ਟ, ਤੈਨੂੰ ਚਿੱਤਰਗੁਪਤ ਗਾ ਰਿਹਾ, ਤੈਨੂੰ ਧਰਮ ਰਾਜਾ ਗਾ ਰਿਹਾ। ਦ੍ਰਿਸ਼ਟ ਵੀ ਅੰਦ੍ਰਿਸ਼ਟ ਵੀ ਤੇ ਖੰਡ ਮੰਡਲ ਬ੍ਰਹਮੰਡ ਵੀ ਤੈਨੂੰ ਗਾਉਂਦੇ ਪਏ। ਇਹ ਸਾਰੀਆਂ ਪਰਮਾਤਮਾ ਦੀਆਂ ਸਿਫਤਾਂ ਨੇ। ਤੇ ਜਦੋਂ ਅਸੀਂ ਜਾਪ ਸਾਹਿਬ ਦਾ ਪਾਠ ਕਰਨੇ ਆ, ਗੁਰੂ ਜੀ ਨੇ ਜਪਜੀ ਚ ਕਿਹਾ ਜਪੋ। ਪਿਆਰਿਓ, ਜਾਪ ਸਾਹਿਬ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਨੇ ਸਿਫਤ ਕਰਨ ਵਿੱਚ ਕਮਾਲ ਕਰ ਦਿੱਤੀ ਹੈ। ਤੇ ਜਿੰਨੀ ਸ਼ਰਧਾ ਨਾਲ ਜਾਪ ਸਾਹਿਬ ਪੜਾਂਗੇ ਪਿਆਰਿਓ, ਇੱਕ ਇੱਕ ਸ਼ਬਦ ਜਿਹੜਾ ਅਕਾਲ ਪੁਰਖ ਦੀ ਸਿਫਤ ਬਣੀ ਜਾਂਦਾ ਹੈ। ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਕਾਏ, ਨਮਸਤੰ ਅਜਾਏ। ਕੀ ਹੈ? ਉਹਨੂੰ ਸੰਬੋਧਨ ਕਰਕੇ ਕਿਹਾ ਕਿ ਤੇਰੀਆਂ ਸਿਫਤਾਂ, ਉਹਦੀ ਪਰਮਾਤਮਾ ਦੀ ਸਿਫਤ ਹੋ ਰਹੀ। ਗੁਰੂ ਜੀ ਇੱਥੇ ਕਹਿ ਰਿਹਾ, ਸਲਾਉਣ ਯੋਗ ਪਰਮਾਤਮਾ ਨੂੰ ਸਲਾਹ, ਉਹਦੀ ਸਿਫਤ ਕਰ। ਤੇ ਉਸ ਤੋਂ ਬਿਨਾ ਕੋਈ ਦੂਜਾ ਹੋਰ ਸਲਾਉਣ ਦੇ ਯੋਗ ਵੀ ਨਹੀਂ। ਮੇਰੇ ਪ੍ਰਭ ਸਲਾਹਣ ਸੇ ਭਲੇ ਪਿਆਰੇ। ਗੁਰੂ ਨਾਨਕ ਸਾਹਿਬ ਕਹਿ ਰਿਹਾ, ਇਕੱਲੇ ਪਰਮਾਤਮਾ ਹੀ ਨਹੀਂ, ਜਿਹੜੇ ਮੇਰੇ ਪਰਮਾਤਮਾ ਨੂੰ ਸਲਾਉਂਦੇ ਨੇ ਉਹ ਬੜੇ ਭਲੇ ਨੇ। ਇੱਥੇ ਭਲੇ ਦਾ ਅਰਥ ਕਰਾਂਗੇ ਚੰਗੇ, ਉਹ ਬੜੇ ਹੀ ਚੰਗੇ ਹਨ। ਸ਼ਬਦ ਰਤੇ ਰੰਗ ਹੋਏ। ਜਿਉਂ ਜਿਉਂ ਉਹ ਸਿਫਤ ਕਰਦੇ ਨੇ, ਤਿਉਂ ਤਿਉਂ ਉਹਨਾਂ ਦਾ ਅੰਦਰ ਸ਼ਬਦ ਵਿੱਚ ਰੰਗਿਆ ਜਾਂਦਾ ਹੈ, ਰਤਿਆ ਜਾਂਦਾ ਹੈ। ਕਿਉਂਕਿ ਸਿਫਤ ਜਿਹੜੀ ਹੈ ਨਾ, ਉਹ ਅੰਦਰ ਨੂੰ ਰੰਗ ਕੇ ਰੱਖ ਦਿੰਦੀ ਹੈ। ਮਹਾਰਾਜ ਦਿੱਲੀ ਗਏ ਮਜਨੂ ਟਿੱਲੇ, ਜਿਹੜਾ ਸਥਾਨ ਗੁਰੂ ਨਾਨਕ ਸਾਹਿਬ ਜੀ, ਜਿਹੜਾ ਸਥਾਨ ਮਜਨੂ ਟਿੱਲਾ ਆਪਾਂ ਕਹਿੰਦੇ, ਉੱਥੇ ਪੁੱਛਿਆ ਗਿਆ ਬਾਬਾ ਜੀ ਨੂੰ ਕਿ ਇੱਕ ਹੈ ਨਾਮ, ਇੱਕ ਹੈ ਨਾਮ ਜਪਣ ਵਾਲਾ। ਜਿਵੇਂ ਅੱਜ ਮਹਾਰਾਜ ਕਹਿੰਦੇ ਜਿਹੜੇ ਸਲਾਉਂਦੇ ਨੇ ਉਹਨਾਂ ਦੀ ਕਿਆ ਬਾਤ, ਉਹ ਰੱਤੇ ਹੋਏ ਨੇ। ਮਹਾਰਾਜ ਬੜੀ ਸੋਹਣੀ ਇੱਕ ਉਦਾਹਰਨ ਦਿੰਦੇ ਨੇ, ਕਹਿੰਦੇ ਨੇ ਕਿ ਜਿਹੜੇ ਪਰਮਾਤਮਾ ਦੀਆਂ ਸਿਫਤਾਂ ਕਰਦੇ ਨੇ, ਸਿਫਤ ਕਰ ਕਰਕੇ ਉਹ ਇੱਥੋਂ ਤੱਕ ਪਹੁੰਚ ਜਾਂਦੇ ਆ ਕਿ ਪਰਮਾਤਮਾ ਉਹਨਾਂ ਦੀ ਕੀਤੀ ਹੋਈ ਨੂੰ ਕਦੇ ਮੋੜਦਾ ਨਹੀਂ ਜੀ। ਕਿਵੇਂ? ਅੱਗੋਂ ਉਦਾਹਰਨ ਕੀ ਦਿੱਤੀ ਕਿ ਭੱਖ ਦੀ ਕੋਈ ਭੱਠੀ, ਆ ਕੋਲਿਆਂ ਵਾਲੀ ਭੱਠੀ, ਐ ਅੰਗਿਆਰ ਕੋਲੇ ਬਿਲਕੁਲ ਲਾਲ ਸੁਰਖ ਨੇ। ਭੱਖ ਦੇ ਕੋਈ ਕੋਲੇ ਨੂੰ ਤਾਂ ਹੱਥ ਦੀ ਤਲੀ ਤੇ ਰੱਖ ਲਾਂਗੇ। ਮੰਨ ਲਓ ਕੋਈ ਕੋਲਾ ਭਖਦਾ ਹੋਵੇ,
ਆਪਾਂ ਫੜ ਲਈਏ, ਕਦੀ ਖੱਬੇ ਪਾਸੇ ਕਦੀ ਸੱਜੇ ਤਲੀ ਤੇ ਬਦਲ ਲਈਏ, ਉਹ ਥੋੜੀ ਬਹੁਤੀ ਗਰਮੈਸ਼ ਦੇਗਾ, ਪਰ ਇੱਕੋ ਦਮ ਸਾਡੀ ਚਮੜੀ ਨੂੰ ਪੱਟੇਗਾ ਨਹੀਂ। ਪਰ ਜੇ ਉਹਨਾਂ ਲਾਲ ਰੱਤੇ ਅੰਗਿਆਰਿਆਂ ਵਿੱਚ ਕੋਈ ਲੋਹਾ ਰੱਖਦਾ ਤੇ ਲੋਹਾ ਵੀ ਲਾਲ ਹੋ ਗਿਆ, ਜਿਵੇਂ ਅੱਗ ਕੋਲੇ ਨੇ, ਸੁਰਖ ਅੰਗਿਆਰੇ ਨੇ, ਪਿਆਰਿਓ ਬਲਦੇ ਹੋਏ ਲਾਲ ਸੁਰਖ ਕੋਲੇ ਤਾਂ ਹੱਥ ਤੇ ਰੱਖੇ ਜਾ ਸਕਦੇ ਆ ਥੋੜਾ ਬਹੁਤ, ਪਰ ਜਿਹੜੀ ਲੋਹਾ ਉਸ ਅੱਗ ਵਿੱਚ ਲਾਲ ਹੋ ਜਾਏ, ਉਹਨੂੰ ਰੱਖ ਕੇ ਦੇਖਿਓ, ਜਿੱਥੇ ਲਾਓਗੇ ਨਾਲ ਹੀ ਚਮੜੀ ਪੱਟ ਕੇ ਲੈ ਜਾਏਗਾ। ਮਹਾਰਾਜ ਕਹਿੰਦੇ ਨੇ ਪਿਆਰਿਆ ਚੇਤੇ ਰੱਖੀ, ਉਹਦੀ ਸਿਫਤ ਤਾਂ ਲਾਲ ਹੈ ਹੀ, ਸੁਰਖ ਹੈ ਹੀ, ਪਰ ਜਿਹੜੇ ਉਹਦੀ ਸਿਫਤ ਵਿੱਚ ਰੱਤੇ ਜਾਂਦੇ ਆ ਉਹਨਾਂ ਉੱਤੇ ਬੜੀ ਬਖਸ਼ਿਸ਼ ਵਰਤ ਜਾਂਦੀ ਹੈ। ਇੱਥੇ ਮਹਾਰਾਜ ਕਹਿੰਦੇ ਨੇ ਜਿਹੜੇ ਤੁਹਾਨੂੰ ਸਲਾਉਂਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਜੀ, ਉਹ ਭਲੇ ਨੇ, ਉਹ ਬਹੁਤ ਚੰਗੇ ਹਨ। ਤਿਸ ਕੀ ਸੰਗਤ ਜੇ ਮਿਲੇ ਪਿਆਰੇ। ਹਾਂ, ਜੇ ਇਹਨਾਂ ਗੁਰਮੁਖਾਂ ਦੀ ਸੰਗਤ ਮਿਲ ਜਾਏ, ਜੇ ਇਹੋ ਜੀ ਇਬਾਦਤ ਕਰਨ ਵਾਲਿਆਂ ਦੀ ਸੋਬਤ ਨਸੀਬ ਹੋ ਜਾਏ। ਰਸ ਲੈ ਤਤ ਵਿਲੋਏ। ਰਸ ਲੈ ਤਤ ਵਿਲੋਏ, ਇਹਨਾਂ ਦੀ ਸੰਗਤ ਵਿੱਚ ਫਿਰ ਨਾਮ ਜਪਣ ਦਾ ਰਸ ਆਉਣ ਲੱਗ ਪੈਂਦਾ ਹੈ। ਉਹਦਾ ਕਾਰਨ ਇੱਕ ਤਾਂ ਬੰਦੇ ਦੀ ਆਪਣੀ ਭਾਵਨਾ ਬਣੀ ਹੁੰਦੀ, ਪਰ ਪਿਆਰਿਓ ਸਾਰੀਆਂ ਗੱਲਾਂ ਪ੍ਰੈਕਟੀਕਲ ਕਰਕੇ ਨੇ, ਜੇ ਆਪਾਂ ਅਰਥ ਕਰਦੇ ਹਾਂ ਕਹਿ ਦੇਂਗੇ ਨਹੀਂ ਜੀ ਇਹ ਤੇ ਕਦੀ ਹੋ ਹੀ ਨਹੀਂ ਸਕਦਾ ਜੀ, ਇਹ ਅਸੰਭਵ ਹੈ ਜੀ। ਹਰ ਇੱਕ ਬੰਦੇ ਦੀ ਆਪੋ ਆਪਣੀ ਸੋਚ ਹੈ। ਟਿਕੇ ਹੋਏ ਹਿਰਦੇ ਦੀ ਸੋਬਤ ਵਿੱਚ ਜਦੋਂ ਕੋਈ ਨਾਮ ਜਪਦਾ ਹੈ, ਉਹਦਾ ਬੰਦਾ ਅੰਦਰ ਟਿਕਣ ਲੱਗ ਪੈਂਦਾ ਹੈ, ਨਾਮ ਦਾ ਰਸ ਆਉਣ ਲੱਗ ਪੈਂਦਾ ਹੈ। ਸੱਚ ਇਹ ਉਹ ਆਪਣੇ ਹਿਰਦੇ ਨੂੰ, ਆਪਣੇ ਅੰਦਰ ਨੂੰ ਰਿੜਕ ਕੇ ਤਤ ਦੀ ਪ੍ਰਾਪਤੀ ਕਰ ਲੈਂਦਾ ਹੈ। ਉਹਨਾਂ ਦੀ ਸੰਗਤ ਮਿਲ ਜਾਏ, ਰਸ ਵੀ ਹੈ ਤੇ ਤਤ ਵੀ ਮਿਲਦਾ ਹੈ। ਪਤ ਪਰਵਾਨਾ ਸਾਚ ਕਾ ਪਿਆਰੇ। ਹਜ਼ੂਰ ਕਹਿੰਦੇ ਨੇ ਪਤ ਪਰਵਾਨਾ ਸਾਚ ਕਾ ਪਿਆਰੇ। ਮਹਾਰਾਜ ਜਿਹੜਾ ਸੰਗਤ ਚ ਨਾਮ ਜਪਣਾ ਇਹ ਕੀ ਹੈ? ਸਤਿਗੁਰੂ, ਪਤ ਦਾ ਅਰਥ ਹੈ ਪਤੀ, ਪਤ ਦਾ ਅਰਥ ਇੱਜ਼ਤ ਵੀ ਹੁੰਦਾ, ਬਾਣੀ ਚ ਪਤ ਦਾ ਅਰਥ ਪਾਤਰ ਵੀ ਹੁੰਦਾ। ਖੈਰ ਅਸੀਂ ਜੋ ਇੱਥੇ ਸ਼ਬਦ ਹੈ ਪਤ ਅਰਥ ਪਤੀ ਪਰਮਾਤਮਾ ਵਾਹਿਗੁਰੂ, ਤੇ ਪਰਵਾਨਾ ਦਾ ਅਰਥ ਆਪਾਂ ਸਾਰੇ ਜਾਣਦੇ ਆ ਕਿ ਉਹ ਚਿੱਠੀ ਜੋ ਆਗਿਆ ਪੱਤਰ, ਜਿਹਨੂੰ ਉਹ ਪਰਵਾਨਾ ਮਿਲ ਜਾਏ। ਜਿਵੇਂ ਮੰਨ ਲਓ ਕਿ ਕਿਸੇ ਥਾਂ ਆਪਾਂ ਜਾਣਾ ਹੋਵੇ, ਉੱਥੇ ਜਾਣ ਨਾ ਦੇਣ, ਤੇ ਜਿਹਦੇ ਕੋਲ ਉਹ ਲੈਟਰ ਹੋਵੇ, ਚਿੱਠੀ ਹੋਵੇ, ਉਹਨੂੰ ਕੋਈ ਰੋਕਦਾ ਨਹੀਂ। ਮਹਾਰਾਜ ਕਹਿੰਦੇ ਜਿਹੜਾ ਸੰਗਤ ਵਿੱਚ ਆਪ ਨਾਮ ਜਪਦੇ ਹੋ, ਇਹ ਪਰਮਾਤਮਾ ਪਤੀ ਦੇ ਘਰ ਦੀ ਚਿੱਠੀ ਹੈ, ਤੁਹਾਨੂੰ ਉਹਦੀ ਦਰਗਾਹ ਵਿੱਚ ਕਿਸੇ ਨੇ ਰੋਕ ਨਹੀਂ ਸਕਣਾ। ਇਹ ਪਰਮਾਤਮਾ ਦਾ ਪਰਵਾਨਾ ਹੈ, ਉਹਦੀ ਪ੍ਰਵਾਨਗੀ ਹੈ। ਨਾਮ ਸੱਚਾ ਨਿਸ਼ਾਨ। ਹੁਣ ਮਹਾਰਾਜ ਜਿਵੇਂ ਚਿੱਠੀ ਲਿਖਦੇ ਆ, ਮੰਨ ਲਓ ਇਬਾਰਤ ਲਿਖ ਦਿੱਤੀ ਚਿੱਠੀ ਦੀ, ਉਹਦੇ ਉੱਤੇ ਸਟੈਂਪ ਨਾ ਲੱਗੀ ਹੋਵੇ ਤੇ ਕਈ ਵਾਰੀ ਚੱਲਦੀ ਕੋਈ ਨਹੀਂ। ਮਹਾਰਾਜ ਕਹਿੰਦੇ ਜਿਹੜਾ ਖਸਮ ਦੀ ਚਿੱਠੀ ਹੈ ਨਾ, ਇਹ ਉੱਤੇ ਨਾਮ ਦਾ ਨਿਸ਼ਾਨ ਲੱਗਾ, ਨਾਮ ਦੀ ਮੋਹਰ ਲੱਗੀ ਹੈ। ਇਸ ਮੋਹਰ ਨੂੰ ਨਾ ਇੱਥੇ ਕੋਈ ਰੋਕ ਸਕਦਾ ਤੇ ਨਾ ਉੱਥੇ ਕੋਈ ਰੋਕ ਸਕਦਾ। ਇੱਕ ਵਾਰ ਅਰਜ਼ ਕੀਤੀ ਸੀ ਦਾਸ ਨੇ, ਕਈ ਵਾਰੀ ਕਈ ਬੰਦੇ ਆਪਣਾ ਵਿਜ਼ਿਟਿੰਗ ਕਾਰਡ ਦੇ ਦਿੰਦੇ ਆ ਸਾਈਨ ਕਰਕੇ, ਵੀ ਮੇਰੇ ਦਫ਼ਤਰ ਆ ਜੀ, ਆ ਦਿਖਾ ਦੇ। ਇੱਕ ਬੰਦੇ ਦਾ ਨਾਂ ਹੀ ਲਿਖਿਆ ਕਾਗਜ਼ ਦੇ ਟੁਕੜੇ ਤੇ ਨਾ, ਇਕੱਲਾ ਵਿਜ਼ਿਟਿੰਗ ਕਾਰਡ ਨਹੀਂ, ਉਹਨੇ ਕਾਰਡ ਉੱਤੇ ਆਪਣੇ ਸਾਈਨ ਕਰ ਦਿੱਤੇ, ਹਸਤਾਖਰ ਕਰ ਦਿੱਤੇ, ਸਹੀ ਪਾ ਦਿੱਤੀ। ਜੇ ਇੱਕ ਬੰਦੇ ਦਾ ਨਾਂ ਲਿਖਿਆ, ਦਫ਼ਤਰ ਵਾਲਾ ਰੋਕਦਾ ਕੋਈ ਨਹੀਂ। ਜਿਹਦੇ ਹਿਰਦੇ ਉੱਤੇ ਗੁਰੂ ਨਾਨਕ ਦੇ ਸ਼ਬਦ ਦਾ ਨਾਮ ਲਿਖਿਆ ਗਿਆ, ਰੱਬ ਦੀ ਦਰਗਾਹ ਵਿੱਚ ਉਹਨੂੰ ਕੋਈ ਰੋਕਣ ਵਾਲਾ ਨਹੀਂ। ਇਹ ਮੋਹਰ ਹੈ, ਇਹ ਸਟੈਂਪ ਲੱਗੀ, ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰ ਰਹੇ ਹਨ। ਆਇਆ ਲਿਖ ਲੈ ਜਾਵਣ ਪਿਆਰੇ। ਸੰਸਾਰ ਤੇ ਆਦਮੀ ਆਇਆ ਹੈ, ਇਹਨੇ ਉਸ ਨਾਮ ਦੇ ਪਰਵਾਨੇ ਨੂੰ ਲਿਖਾ ਕੇ ਮੋਹਰ ਲਵਾ ਕੇ ਚਲੇ ਜਾਣਾ ਹੈ। ਹੁਕਮੀ ਹੁਕਮ ਪਛਾਣ। ਹੁਕਮੀ ਹੁਕਮ ਪਛਾਣ, ਇਹ ਦੋ ਸ਼ਬਦ ਨੇ, ਇੱਕ ਹੁਕਮੀ ਇੱਕ ਹੁਕਮ। ਅੱਗੇ ਸਤਿਗੁਰੂ ਹੁਕਮ ਦੀ ਗੱਲ ਕਰ ਰਹੇ ਆ। ਹੁਕਮੀ ਦਾ ਅਰਥ ਹੈ ਜਿਹਦਾ ਹੁਕਮ ਚੱਲ ਰਿਹਾ ਹੈ, ਜਿਹਨੂੰ ਜਪਜੀ ਸਾਹਿਬ ਚ ਮਹਾਰਾਜ ਕਹਿੰਦੇ ਹੁਕਮੀ ਹੁਕਮ ਚਲਾਏ ਰਾਹ, ਕਿ ਜਿਹਦਾ ਹੁਕਮ ਚੱਲ ਰਿਹਾ ਹੈ। ਇੱਥੇ ਮਹਾਰਾਜ ਕਹਿੰਦੇ ਨੇ ਉਸ ਹੁਕਮੀ ਦੇ ਜਿਹੜਾ ਹੁਕਮ ਦੇ ਰਿਹਾ ਹੈ, ਉਹਦੇ ਹੁਕਮ ਨੂੰ ਪਛਾਣ। ਗੁਰ ਬਿਨ ਹੁਕਮ ਨ ਬੁਝਿਆ ਪਿਆਰੇ। ਫਿਰ ਨਾਲ ਕਹਿ ਦਿੱਤਾ ਗੁਰੂ ਤੋਂ ਬਿਨਾ ਹੁਕਮ ਦੀ ਸਮਝ ਨਹੀਂ ਪੈਂਦੀ।
ਗੁਰੂ ਹੀ ਹੁਕਮ ਨੂੰ ਸਮਝਾਉਂਦੇ ਹਨ। ਸਾਚੇ ਸਾਚਾ ਤਾਣ, ਉਸ ਸੱਚੇ ਪਰਮਾਤਮਾ ਦਾ ਜਿਹੜਾ ਬਲ ਹੈ ਉਹ ਸੱਚਾ ਹੈ। ਪਰਮਾਤਮਾ ਦਾ ਬਲ ਔਰ ਪਰਮਾਤਮਾ ਸੱਚੇ ਹਨ। ਹੁਕਮ ਅੰਦਰ ਨਿਮਿਆ ਪਿਆਰੇ। ਹੁਣ ਅਗਲੇ ਜਿਹੜੇ ਬਚਨ ਨੇ ਉਹ ਤਕਰੀਬਨ ਹੁਕਮ ਸ਼ਬਦ ਜ਼ਿਆਦਾ ਆਏਗਾ, ਸਿਰਫ ਇਹਦੇ ਮੈਂ ਅਰਥ ਕਰ ਦਿਆਂਗਾ। ਹੁਕਮ ਲਫ਼ਜ਼ ਜਿਹੜਾ ਇਹ ਅਰਬੀ ਦਾ ਹੈ। ਇਸਲਾਮੀ ਸਾਹਿਤ ਵਿੱਚ ਇਹਦੀ ਕਾਫੀ ਵਰਤੋਂ ਕੀਤੀ ਗਈ। ਜੇ ਕੋਸ਼ਗਤ ਹੁਕਮ ਦੇ ਲਫ਼ਜ਼ੀ ਅਰਥ ਵੇਖੋ, ਇਹਦੇ ਅਰਥ ਨੇ ਫਰਮਾਨ, ਆਗਿਆ, ਆਦੇਸ਼, ਹੁਕਮ। ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਵਿੱਚ ਇਸ ਲਫ਼ਜ਼ ਦੀ ਵਰਤੋਂ ਕੀਤੀ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੇ ਅਰਥ ਮੈਂ ਕੀਤੇ ਆਦੇਸ਼, ਫਰਮਾਨ, ਜਾਂ ਆ ਸ਼ਬਦ ਅੱਜ ਵਰਤਦੇ ਨੇ ਆਰਡਰ। ਪਰ ਗੁਰਮੁਖੋ ਯਾਦ ਰੱਖਿਓ, ਇੱਥੇ ਹੁਕਮ ਚੱਲਿਆ, ਹੁਕਮ 'ਚ ਨਿੰਮਿਆ, ਹੁਕਮ 'ਚ ਜੰਮਿਆ, ਹੁਕਮ 'ਚ ਹੋਇਆ। ਇੱਥੇ ਹੁਕਮ ਦਾ ਅਰਥ ਕੇਵਲ ਦੁਨਿਆਵੀ ਆਦੇਸ਼ ਨਹੀਂ ਕਰਨਾ, ਜਿੰਨੀ ਕੁ ਸਮਝ ਪਈ। ਦੁਨਿਆਵੀ ਫਰਮਾਨ ਨਹੀਂ, ਜਿਵੇਂ ਇੱਕ ਰਾਜਾ ਹੁਕਮ ਕਰਦਾ, ਸੁਲਤਾਨ ਹੁਕਮ ਕਰਦਾ। ਇੱਥੇ ਜਿੱਥੇ ਹੁਕਮ ਹੋਵੇਗਾ ਉੱਥੇ ਹੁਕਮੀ ਆਪ ਹੋਵੇਗਾ। ਇਸ ਨੂੰ ਫਿਰ ਬੇਨਤੀ ਨੂੰ ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਕੋਈ ਉੱਚੀ ਪਦਵੀ ਤੇ ਬੈਠਾ ਬੰਦਾ ਆਪਣਾ ਆਰਡਰ ਦੇ ਦਿੰਦਾ, ਆ ਕੰਮ ਕਰੋ, ਪਰ ਆਪ ਕੰਮ 'ਚ ਤੇ ਨਹੀਂ ਨਾ ਜਾਂਦਾ। ਮੰਨ ਲਓ ਇੱਕ CM PM ਕਿਸੇ ਮੁਲਕ ਦਾ ਪ੍ਰੈਜ਼ੀਡੈਂਟ ਹੈ, ਉਹਨੇ ਇਹ ਹੁਕਮ ਦੇ ਦਿੱਤਾ, ਪਾਸ ਕਰ ਦਿੱਤਾ ਵੀ ਆਹ ਪ੍ਰੋਜੈਕਟ ਕਰਨਾ ਹੈ। ਪ੍ਰੈਜ਼ੀਡੈਂਟ ਤਾਂ ਕਈ ਵਾਰੀ ਮਰ ਜਾਂਦਾ ਤੇ ਪ੍ਰੋਜੈਕਟ 50-50 ਸਾਲ ਚੱਲੀ ਜਾਂਦੇ। ਇਹਦਾ ਮਤਲਬ ਹੁਕਮ ਕਰਨ ਵਾਲਾ ਜਿਹੜਾ ਹੁਕਮੀ ਸੀ ਉਹ ਵੱਖਰਾ ਹੈ ਹੁਕਮ ਤੋਂ। ਪਰਮਾਤਮਾ ਦਾ ਹੁਕਮ ਐਸਾ ਨਹੀਂ। ਗੁਰਮੁਖੋ ਜਿੱਥੇ ਉਹਦਾ ਹੁਕਮ ਵਰਤਦਾ ਉੱਥੇ ਹੁਕਮੀ ਆਪ ਵਰਤਦਾ ਹੈ। ਹੁਕਮ ਵਿੱਚੋਂ ਆਪ ਹੁੰਦਾ ਹੈ। ਇਹ ਕਾਰਨ ਜਿਹੜਾ ਹੁਕਮ ਨੂੰ ਮੰਨਦਾ ਹੈ ਉਹ ਦੁੱਖ ਵਿੱਚ ਵੀ ਮੌਤ ਵਿੱਚ ਵੀ ਕਦੀ ਨਹੀਂ ਉਹ ਉਦਾਸ ਹੁੰਦਾ। ਉਹ ਕਹਿੰਦਾ ਜਿਹੋ ਜਿਹਾ ਹੁਕਮ ਵਰਤੇਗਾ ਮੈਨੂੰ ਪਰਵਾਹ ਨਹੀਂ, ਕਿਉਂਕਿ ਦੁੱਖ ਵਿੱਚ ਵੀ ਤੂੰ ਹੋਵੇਂਗਾ ਤੇ ਸੁੱਖ ਵਿੱਚ ਵੀ ਤੂੰ ਹੋਵੇਂਗਾ। ਇੱਥੇ ਹੁਕਮ ਦਾ ਅਰਥ ਅਸੀਂ ਦੈਵੀ ਇੱਛਾ, ਦੈਵੀ ਮਰਜ਼ੀ, ਦੈਵੀ ਉਹਦੀ ਬਖਸ਼ਿਸ਼, ਇਹ ਅਰਥ ਕਰੀਏ ਸੌਖੇ ਰਹਿਣਗੇ। ਉਹਦੀ ਆਪਣੀ ਇੱਛਾ ਦੇ ਵਿੱਚ, ਉਹਦੇ ਹੁਕਮ 'ਚ ਇਹ ਮਨੁੱਖ ਜਿਹੜਾ ਨਿੰਮਿਆ ਮਾਂ ਦੇ ਪੇਟ ਵਿੱਚ ਟਿਕਿਆ ਤੇ ਹੁਕਮ ਦੇ ਵਿੱਚ ਜਨਮ ਲੈਂਦਾ ਹੈ। ਹੁਕਮ ਉਦਰ ਮਝਾਰ, ਉਹਦੇ ਹੁਕਮ ਤੋਂ ਬਿਨਾ ਮਾਂ ਦੇ ਉਦਰ ਵਿੱਚ ਇਹਨੂੰ ਜ਼ਿੰਦਗੀ ਨਹੀਂ ਮਿਲ ਸਕਦੀ। ਹੁਕਮ ਹੈ ਤਾਂ ਇਹਦੀ ਜ਼ਿੰਦਗੀ ਹੈ। ਹੁਕਮ ਵਿੱਚ ਮਾਂ ਦੇ ਉਦਰ ਵਿੱਚ ਹੈ। ਹੁਕਮ ਅੰਦਰ ਜੰਮਿਆ ਪਿਆਰੇ, ਉਹਦੇ ਹੁਕਮ ਦੇ ਵਿੱਚ ਹੀ ਇਹਦਾ ਜਨਮ ਹੋਇਆ ਹੈ। ਉਦੋਂ ਸਿਰ ਕੈ ਭਾਰ, ਉਦੋਂ ਸਿਰ ਕੈ ਭਾਰ, ਉਦੋਂ ਦਰਤ ਦਾ ਪੁੱਠਾ ਲਟਕਣਾ। ਉਹਦੇ ਹੁਕਮ ਦੇ ਵਿੱਚ ਹੀ ਜੀਵ ਮਾਤਾ ਦੇ ਪੇਟ ਵਿੱਚ ਪੁੱਠਾ ਲਟਕਦਾ ਹੈ। ਗੁਰਮੁਖ ਦਰਗਾਹ ਜਾਣੀਐ ਪਿਆਰੇ, ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ ਨੇ ਉਹ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੁੰਦੇ ਨੇ, ਜਾਣੇ ਜਾਂਦੇ ਹਨ। ਚੱਲੈ ਕਾਰਜ ਸਾਰ, ਉਹ ਜਿਸ ਕਾਰਜ ਲਈ ਇਸ ਧਰਤੀ ਤੇ ਆਏ ਨੇ, ਦੁਨਿਆਵੀ ਨਹੀਂ। ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਇਸ ਕਾਰਜ ਨੂੰ ਸਫਲ ਕਰਕੇ ਜਾਂਦੇ ਹਨ। ਹੁਕਮ ਅੰਦਰ ਆਇਆ ਪਿਆਰੇ, ਉਹਦੇ ਹੁਕਮ ਦੇ ਵਿੱਚ ਹੀ ਜੀਵ ਇਸ ਸੰਸਾਰ ਤੇ ਆਇਆ ਹੈ। ਹੁਕਮ ਜਾਦੋ ਜਾਏ, ਉਹਦੇ ਹੁਕਮ ਦੇ ਵਿੱਚ ਹੀ ਮਨੁੱਖ ਸੰਸਾਰ ਤੋਂ ਕੂਚ ਕਰੇਗਾ। ਹੁਕਮ ਬਨ ਚਲਾਈਐ ਪਿਆਰੇ। ਹਾਂ, ਜਿਹੜੇ ਕਹਿਣ ਅਸੀਂ ਮੰਨਦੇ ਕੋਈ ਨਹੀਂ ਹੁਕਮ, ਮਹਾਰਾਜ ਕਹਿੰਦੇ ਆ ਹੁਕਮ ਕਰਕੇ ਤੁਹਾਨੂੰ ਬੰਨ ਕੇ ਅੱਗੇ ਲਾ ਲੈਣਾ। ਜੇ ਸਤ ਬਚਨ ਕਰਕੇ ਮੰਨ ਲੇਗਾ ਤੇ ਸੌਖਾ ਹੋ ਜਾਏਗਾ, ਨਹੀਂ ਤੇ ਹੁਕਮ ਵਿੱਚ ਬੰਨ ਕੇ ਇਥੋਂ ਚਲਾਏ ਜਾਂਦੇ ਹਨ। ਮਨ ਮੁਖ ਲਹਿ ਸਜਾਏ, ਮਨ ਦੇ ਪਿੱਛੇ ਚੱਲਣ ਵਾਲਾ ਬੰਦਾ, ਹੁਕਮ ਤੋਂ ਆਕੀ ਰਹਿਣ ਵਾਲਾ ਬੰਦਾ ਬੜੀ ਸਜ਼ਾ ਪਾਉਂਦਾ ਹੈ। ਹੁਕਮ ਸ਼ਬਦ ਪਛਾਣੀਐ ਪਿਆਰੇ, ਹੁਕਮ ਦੇ ਰਾਹੀਂ, ਉਹਦੀ ਇੱਛਾ ਰਾਹੀਂ ਬ੍ਰਹਮ ਦੀ ਪਹਿਚਾਨ ਹੁੰਦੀ ਹੈ। ਦਰਗਾਹ ਪੈਦਾ ਜਾਏ, ਇਹੋ ਜਿਹੇ ਇਨਸਾਨ ਪਰਮਾਤਮਾ ਦੀ ਦਰਗਾਹ ਵਿੱਚ ਸਰਪਾਉ ਪ੍ਰਾਪਤ ਕਰਦੇ ਹਨ। ਹੁਕਮ ਗਣਤ ਗਨਾਈਐ ਪਿਆਰੇ, ਜਿਹੜੇ ਬੰਦੇ ਗਿਣਤੀਆਂ ਮਿੰਤੀਆਂ ਵਿੱਚ ਪਏ ਨੇ, ਚਾਹੇ ਮਾਇਆ ਦੀ ਚਾਹੇ ਕਰਮ ਕਾਂਡ ਦੀ, ਇਹ ਵੀ ਤੇਰੇ ਹੁਕਮ ਦਾ ਵਰਤਾਰਾ ਹੈ। ਹੁਕਮੇ ਹਉਮੈ ਦੋਏ, ਹੁਕਮ ਦੇ ਵਿੱਚ ਹੀ ਖੌਮੇ ਹੈ,
ਫਿਰ ਬੇਨਤੀ ਹੁਕਮ ਦੇ ਵਿੱਚ ਹੀ ਦਵੈਸ਼ ਹੈ। ਹਉਮੈ ਇਹੋ ਹੁਕਮ ਹੈ, ਪੈ ਕਿਰਤ ਫਿਰਾਏ। ਹੁਕਮ ਤੋਂ ਬਿਨਾ ਹਉਮੈ ਨਹੀਂ, ਹੁਕਮ ਤੋਂ ਬਿਨਾ ਦਵੈਸ਼ ਨਹੀਂ। ਸਿੱਧੀ ਗੱਲ ਜੀ, ਇਸ ਸਾਰੇ ਬਚਨ ਦੇ ਅਰਥ ਕਰਨੇ ਹੋ ਨਾ ਤੇ ਗੁਰੂ ਜੀ ਦੀ ਦੂਜੀ ਪੌੜੀ ਪੜ੍ਹ ਲਿਓ ਜੀ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ। ਇਹ ਸਾਰੇ ਦੇ ਸਾਰੇ ਬਚਨ ਜਿਹੜੇ ਨੇ ਇਹਦੇ ਚ ਨੇ ਜੀ। ਮਹਾਰਾਜ ਕਹਿੰਦੇ ਨੇ ਉਹਦੇ ਹੁਕਮ ਵਿੱਚ ਕਈ ਬੰਦੇ ਗਿਣਤੀ ਮਿੰਤੀ ਕਰਦੇ ਹਨ। ਹੁਕਮੇ ਭਵੈ ਭਵਾਈਐ ਪਿਆਰੇ, ਉਹਦੇ ਹੁਕਮ ਦੇ ਵਿੱਚ ਹੀ ਭਟਕਣਾ ਵਿੱਚ ਭਟਕ ਰਹੇ ਹਨ। ਅਵਗਨ ਮੁਠੀ ਰੋਏ, ਇਹ ਸੰਸਾਰ ਔਗਣਾ ਵਿੱਚ ਠੱਗਿਆ ਗਿਆ। ਇਹ ਲੁਕਾਈ ਠੱਗੀ ਰੋ ਰਹੀ ਹੈ। ਹੁਕਮ ਸੰਜਾਪੈ ਸਾਹ ਕਾ ਪਿਆਰੇ, ਜਿਨੇ ਆਪਣੇ ਉਸ ਮਾਲਕ ਸ਼ਾਹ ਦੇ ਹੁਕਮ ਨੂੰ ਸੁਝਾਣਿਆ ਹੈ, ਸੱਚ ਮਿਲੈ ਵਡਿਆਈ ਹੋਏ। ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਸੱਚੀ ਵਡਿਆਈ ਮਿਲਦੀ ਹੈ। ਆਖਣ ਔਖਾ ਆਖੀਐ ਪਿਆਰੇ, ਪਰ ਮਹਾਰਾਜ ਆਪ ਹੀ ਉੱਤਰ ਦਿੰਦੇ ਆ ਵੀ ਜਿਹੜੀ ਸਿਫਤ ਕਹਿੰਦੇ ਹੋ ਔਖੀ ਬੜੀ ਹੈ। ਨਾਮ ਆਖਣਾ ਕੋਈ ਛੋਟਾ ਸੌਖਾ ਕੰਮ ਥੋੜਾ ਹੈ। ਮਹਾਰਾਜ ਕਹਿੰਦੇ ਹੈ ਬੜਾ ਔਖਾ, ਉਹਨੂੰ ਆਖਣਾ ਬੜਾ ਮੁਸ਼ਕਿਲ ਹੈ। ਜੋ ਸੁਣੀਐ ਸਚ ਨਾਉ, ਫਿਰ ਕਿਵੇਂ ਸੁਣੀਏ ਪਰਮਾਤਮਾ? ਮਨ ਤਾਂ ਨਾਮ ਚ ਜਾਂਦਾ ਹੀ ਨਹੀਂ। ਇਹ ਥੋੜਾ ਜਿਹਾ ਸਮਾਂ ਮਿੱਥ ਲੈਂਦਾ ਵੀ ਅੱਜ ਨਾ ਮੈਂ ਅੱਧਾ ਘੰਟਾ ਬਹਿਣਾ ਆਰਾਮ ਨਾਲ ਜਪਣਾ, ਤੇ 10 ਮਿੰਟ ਬਾਅਦ ਅੱਖ ਖੋਲ ਕੇ ਫੋਨ ਦੀ ਘੜੀ ਵੇਖ ਲੈਂਦਾ। ਹੋ ਤੇ ਨਹੀਂ ਕਿ ਅੱਧਾ ਘੰਟਾ। ਬੜਾ ਔਖਾ ਹੈ ਕਾਉਣਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾਂ ਨੂੰ। ਕਿਵੇਂ ਆਖੀਏ, ਕਿਵੇਂ ਸੁਣੀਏ? ਇਹ ਮਹਾਰਾਜ ਸਾਡੇ ਪ੍ਰਸ਼ਨ ਦਾ ਉੱਤਰ ਦਿੰਦੇ ਹਨ। ਜਿਨੀ ਸੋ ਸਲਾਹਿਆ ਪਿਆਰੇ, ਫਿਰ ਕਹਿੰਦੇ ਇੱਕ ਕੰਮ ਕਰ, ਜਿਨ੍ਹਾਂ ਨੇ ਉਸ ਖਸਮ ਦੀ ਸਿਫਤ ਕੀਤੀ ਹੈ, ਹਾਂ ਤਿਨ ਬਲਿਹਾਰੈ ਜਾਓ। ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਨਾਉ ਮਿਲੈ ਸੰਤੋਖੀਆਂ ਪਿਆਰੇ, ਉਹਨਾਂ ਦੀ ਸੰਗਤ ਕਰਕੇ ਨਾਮ ਜਪ ਕੇ ਅੰਦਰ ਨੂੰ ਸੰਤੋਖ ਆਉਂਦਾ ਹੈ। ਨਦਰੀ ਮੇਲ ਮਿਲਾਓ, ਪਰਮਾਤਮਾ ਦੀ ਨਦਰ ਵਿੱਚ ਉਸ ਨਾਲ ਮਿਲਾਪ ਹੁੰਦਾ ਹੈ। ਕਾਇਆ ਕਾਗਦ ਜੇ ਥੀਐ ਪਿਆਰੇ। ਕਹਿੰਦੇ ਨੇ ਹੁਣ ਇੱਕ ਕੰਮ ਕਰ ਲਿਖਾਰੀਆ, ਲਿਖਣ ਵਾਲਿਆ। ਚਲੋ ਸਮੇਂ ਦੇ ਲਿਹਾਜ਼ ਨਾਲ ਇਹਦਾ ਵਿਸਤਾਰ ਨਹੀਂ ਆਪਾਂ ਕਰਾਂਗੇ। ਤੂੰ ਕਾਗਜ਼ ਦੇ ਟੁਕੜਿਆਂ ਤੇ ਲਿਖਣਾ, ਕਲਮ ਸ਼ਾਹੀ ਦੀ ਦੀਵਾਤ ਵਿੱਚ ਭੇਂ ਕੇ ਲਿਖਣਾ, ਭਿਉਂ ਕੇ। ਕਹਿੰਦੇ ਨੇ ਇੱਕ ਕੰਮ ਕਰ ਓਏ, ਇੰਨੀਆਂ ਕਾਪੀਆਂ ਲਿਖਣ ਵਾਲਿਆ ਆਪਣੀ ਕਾਇਆ ਦੇ ਕਾਗਜ਼ ਉੱਤੇ ਲਿਖ। ਇਸ ਕਾਇਆ ਨੂੰ ਤੂੰ ਕਾਗਜ਼ ਬਣਾ, ਰਜਿਸਟਰ ਬਣਾ। ਇਹਦੇ ਉੱਤੇ ਲਿਖਣਾ ਕਿਸ ਸ਼ਾਹੀ ਨਾਲ ਹੈ? ਮਨ ਮਸਵਾਣੀ ਧਾਰ, ਮਨ ਮਸਵਾਣੀ ਧਾਰ। ਜਿਹੜਾ ਤੇਰਾ ਮਨ ਹੈ ਇਹਨੂੰ ਸ਼ਾਹੀ ਦੀ ਦਵਾਤ ਬਣਾ। ਮਸਵਾਣੀ ਅਰਥ ਹੁੰਦਾ ਜੇ ਸ਼ਾਹੀ ਘੋਲਦੇ ਸਾਂ ਪੁਰਾਣੇ ਸਮੇਂ। ਕਾਇਆ ਨੂੰ ਕਾਗਜ਼ ਬਣਾ, ਮਨ ਨੂੰ ਸ਼ਾਹੀ ਦੀ ਦਵਾਤ ਬਣਾ। ਲਲਤਾ ਲੇਖਣ ਸੱਚ ਕੀ ਪਿਆਰੇ, ਕਾਨੇ ਦੀ ਕਲਮ ਘੜਦੇ ਸਾਂ ਜੀ, ਪਹਿਲਾਂ ਕਲਮ ਘੜ ਕੇ ਲਿਖਦੇ ਸਾਂ। ਮਹਾਰਾਜ ਕਹਿੰਦੇ ਆ ਇਸ ਕਾਇਆ ਰੂਪੀ ਕਾਗਜ਼ ਤੇ ਮਨ ਦੀ ਦਵਾਤ ਲੈ ਤੇ ਕਾਨੇ ਦੀਆਂ ਕਲਮਾਂ ਨਾਲ ਹੀ ਆ ਜੀਭ ਜਿਹੜੀ ਇਹਨੂੰ ਕਲਮ ਬਣਾ ਕੇ ਲਿਖ ਇਹਦੇ ਤੇ ਨਾਮ। ਆਪਣੀ ਆ ਲਲਤਾ ਜਿਹੜੀ ਹੈ ਆਪਣੀ ਜ਼ਬਾਨ ਨਾਲ ਲਿਖ। ਹਰ ਗੁਣ ਲਿਖੋ ਵਿਚਾਰ, ਇਹਦੇ ਉੱਤੇ ਹਰੀ ਦੇ ਗੁਣ ਲਿਖ। ਇਸ ਜ਼ਬਾਨ ਨਾਲ ਵਾਹਿਗੁਰੂ ਬੋਲ, ਇਸ ਜ਼ਬਾਨ ਨਾਲ ਬਾਣੀ ਬੋਲ। ਇਸ ਕਾਇਆ ਦੇ ਕਾਗਜ਼ ਨੂੰ ਇੰਨਾ ਕੁਝ ਲਿਖ ਦੇ। ਪਿਆਰਿਓ, ਇਹ ਲਿਖਦੀ ਤੇ ਮੇਰੀ ਵੀ ਜ਼ੁਬਾਨ ਹੈ, ਆਪ ਜੀ ਦੀ ਵੀ ਹੈ, ਪਰ ਇਹ ਕਾਇਆ ਦੇ ਕਾਗਜ਼ ਉੱਤੇ ਲੋਕਾਂ ਦੇ ਕਾਲੇ ਲੇਖ ਲਿਖੀ ਜਾਂਦੀ ਹੈ। ਨਹੀਂ ਨਹੀਂ, ਮਹਾਰਾਜ ਕਹਿੰਦੇ ਇਸ ਕਾਇਆ ਦੇ ਕਾਗਜ਼ ਤੇ ਮਨ ਦੀ ਕਲਮ ਨਾਲ, ਲੇਖਣੀ ਨਾਲ ਤੂੰ ਹਰੀ ਦਾ ਨਾਮ ਲਿਖ। ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾ। ਉਸ ਪਰਮਾਤਮਾ ਦਾ ਨਾਮ ਲਿਖ। ਧਨ ਲੇਖਾਰੀ ਨਾਨਕਾ ਪਿਆਰੇ, ਮਹਾਰਾਜ ਕਹਿੰਦੇ ਧੰਨ ਤਾਂ ਜੋਗ ਨੇ ਇਹੋ ਜਿਹੇ ਲਿਖਾਰੀ ਜਿਹੜੇ ਕਾਇਆ ਦੀ ਕਾਪੀ ਉੱਤੇ ਮਨ ਦੀ ਕਲਮ ਦੇ ਨਾਲ ਤੇ ਵਾਹਿਗੁਰੂ ਜੀਭ ਦੀ ਕਲਮ ਨਾਲ ਤੇ ਮਨ ਦੀ ਸ਼ਾਹੀ ਨਾਲ ਨਾਮ ਲਿਖਣ ਲੱਗ ਪੈਂਦੇ ਆ। ਇਹੋ ਜਿਹੇ ਲਿਖਾਰੀ ਧੰਤਾ ਜੋਗ ਹਨ। ਸਾਚ ਲਿਖਿਆ ਔਰ ਧਾਰ, ਜਿਹੜੇ ਸੱਚ ਨੂੰ ਲਿਖਦੇ ਨੇ ਆਪਣੇ ਹਿਰਦੇ ਵਿੱਚ ਧਾਰ ਕੇ। ਸਤਿਗੁਰੂ ਕਿਰਪਾ ਕਰੇ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਆਓ, ਮੇਰੇ ਤੋਂ ਬੋਲਦਿਆਂ ਬਹੁਤ ਭੁੱਲਾਂ ਹੋਈਆਂ ਨੇ, ਆਪ ਜੀ ਅਸੀਸ ਦੇ ਕੇ ਬਖਸ਼ ਦਿਆ ਜੇ। ਕਰੋ ਕਿਰਪਾ। ਇਸ ਅੰਮ੍ਰਿਤ ਬਚਨ ਦੀਆਂ ਅੰਤਲੀਆਂ ਤੁਕਾਂ ਦਾ ਪਾਠ ਭਾਈ ਸਾਹਿਬ ਦੁਬਾਰਾ ਸਰਵਣ ਕਰਾਉਂਦੇ ਹਨ। ਕਾਇਆ ਕਾਗਦ ਜੇ ਥੀਐ ਪਿਆਰੇ, ਮਨ ਮਸਵਾਣੀ ਧਾਰ।
ਲਲਤਾ ਲੇਖਣ ਸਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖਾ ਔਰ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ